स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸਾਡੇ ਮੁਲਕ ਦੇ ਵਿੱਚ ਸਿਆਸਤ ਦਾ ਰੰਗ ਰੂਪ ਬਦਲ ਚੁੱਕਾ ਹੈ। ਹੁਣ ਲੋਕ ਸਮਝ ਚੁੱਕੇ ਨੇ ਔਰ ਬਹੁਤ ਸਾਰੀਆਂ ਪਾਰਟੀਆਂ ਜੋ ਕਮਿਊਨਲ ਗੱਲ ਕਰਦੀਆਂ ਨੇ ਉਹਨਾਂ ਨੂੰ ਪਰਖ ਚੁੱਕੀਆਂ ਨੇ। ਹੁਣ ਗੱਲ ਸਿਰਫ ਮੁੱਦਿਆਂ ਦੀ ਹੋਏਗੀ, ਗੱਲ ਸਿਰਫ ਲੋਕਾਂ ਦੇ ਕੰਮਾਂ ਦੀ ਹੋਏਗੀ, ਗੱਲ ਸਿਰਫ ਵਿਕਾਸ ਦੀ ਹੋਏਗੀ। ਇਸੇ ਮੁੱਦੇ ਤੇ ਵੋਟ ਪਏਗਾ। ਪਰ बड़े सारे सूबे अजिहे ने जिथे विकास बहुत होया, जिथे बड़िया विकास दी गल्लां भी होईयां पर उत्थे वोटां नहीं पईयां। उत्थे की कारण रहा कि उत्थे वोटां नहीं पईयां और इत्थे वोटां इदां दी क्यों पै गईयां? इसे ते विचार चर्चा लैके हाज़र होए हाँ। और दिल्ली तो बाद हुण गल पंजाब ते भी कीती जा रही है कि आम आदमी पार्टी जे दिल्ली तो बाद नज़र पाओ तो पंजाब दे विच सब तो स्ट्रोंग स्थिति च नज़र आती है। तो की इस तरह के समीकरण आने वाली पंजाब की इलैक्शन भी बननगे? इसे ते विचार चर्चा लैके हाज़र होए हाँ। सब तो पहला जान पछाण करा दी हरचरण बैंस साहब मौजूद ने, सीनियर आगू ने श्रोमणी अकाली दल के, हरजीत सिंह ग्रेवाल साहब सीनियर आगू ने ते बुलार ने पंजाब भाजपा के, HS लक्की साहब बुलार ने कांग्रेस के, इकबाल सिंह जी बुलार ने आम आदमी पार्टी के, तो प्रोफैसर मनजीत सिंह जी सियासी माहर ने। बहुत बहुत स्वागत है सारे मेहमानों का। इकबाल सिंह जी मैं शुरुआत थोड़े तो करांगा, थोड़ा मुबारकबाद भी देने असीं बहुत बहुत। और हुण जिहड़ियां गल्लां चल रही ने कि दिल्ली तो बाद हुण पंजाब साडा नैक्सट टारगेट रहण वाला है, पर तुहानूं नहीं लगता कि जेकर दिल्ली तो 6 महीनों के अंदर अंदर या 3 महीनों के अंदर अंदर इलैक्शन होंदी तो तुहानूं फायदा हो सकता सी? 2 साल पे ने, 2 सालों के विच किहड़ी पार्टी की उसका रंग रूप रहेगा, की उसका स्ट्रक्चर रहेगा, ये थोड़ी दूर की गल है। तो नहीं लगता कि बड़ी जल्दी होएगी इस गल नूं ये कहना कि जिवें दिल्ली दे विच परचम लहराया आम आदमी पार्टी ने और पंजाब दे विच भी हुण ही होएगा? हरप्रीत जी, सब तो पहला तुहाडा भी धन्नवाद ते दिल्ली के लोगों का धन्नवाद जिन्हां ने एक पॉजिटिव राजनीति नूं जन्म दिता ते नफरत की राजनीति इहदे च हारी है ते हुण डिवेलपमेंट की राजनीति अज तो बाद शुरू होवेगी ते सारियां पार्टियां नूं हुण सोचना पऊगा भी सानूं हुण ये जिहड़ी हेट स्पीच है, निंदा भंडी प्रचार, इहदे तो बाहर आके सानूं डिवेलपमेंट की गल करनी पऊगी भी ये पार्टी ने इन्नी डिवेलपमेंट कराई है, असीं इह तों वध के करावांगे ते ये एजेंडा तय करता दिल्ली के लोगों ने। हुण तुसीं गल कीती पंजाब दी जी, ਹੁਣ ਪੰਜਾਬ 'ਚ ਤੁਸੀਂ ਪਹਿਲਾਂ ਜਦੋਂ ਸਾਡੀ ਪਾਰਟੀ ਆਈ ਸੀ ਓਪਨਿੰਗ ਸਾਨੂੰ 28 ਸੀਟਾਂ ਦਿੱਤੀਆਂ ਸੀਗੀਆਂ ਤੇ ਅਸੀਂ ਮੈਜੋਰਟੀ 'ਚ ਨਹੀਂ ਸੀਗੇ। ਕਾਂਗਰਸ ਤੋਂ ਸਪੋਰਟ ਲੈ ਕੇ ਸਰਕਾਰ ਬਣਾਈ ਸੀ, 49 ਦਿਨ ਚੱਲ ਪਾਈ, ਪਰ 49 ਦਿਨ ਦਾ ਜਿਹੜਾ ਕੰਮ ਸੀ ਉਹਦੇ 'ਚ ਸਾਡੇ ਕੋਲ ਮਤਲਬ ਇੱਕ ਏਜੰਸੀ ਸੀ ਜਿਹਦੇ ਨਾਲ ਅਸੀਂ ਇਨਵੈਸਟੀਗੇਸ਼ਨ ਕਰ ਸਕਦੇ ਸੀਗੇ ਤੇ ਉਹਦੇ 'ਚ ਅਸੀਂ 33 ਅਫਸਰ ਜੇਲ੍ਹ ਭੇਜੇ। ਉਹਦੇ ਨਾਲ ਕੀ ਹੋਇਆ, ਪੂਰਾ ਕਰਪਸ਼ਨ ਦਿੱਲੀ 'ਚ ਖਤਮ ਹੋ ਗਿਆ ਸੀਗਾ, ਇੰਨਾ ਭੈ ਹੋ ਗਿਆ ਸੀਗਾ। ਪਰ ਉਹ ਬੀਜੇਪੀ ਸਰਕਾਰ ਨੇ ਸਾਤੋਂ ਵਾਪਸ ਲੈ ਲਈ। ਉਹ ਤੋਂ ਬਾਅਦ ਬਿਨਾਂ ਦੰਦਾਂ ਤੋਂ ਸਾਡੀ ਸਰਕਾਰ ਹੋ ਰਹਿ ਗਈ ਤੇ ਉਹ ਤੋਂ ਬਾਅਦ ਫਿਰ 49 ਦਿਨ ਬਾਅਦ ਉਹ ਸਰਕਾਰ ਵੀ ਡਿੱਗ ਪਈ ਤੇ ਉਸ ਤੋਂ ਬਾਅਦ ਜਿਹੜੇ ਹੁਣ 5 ਸਾਲ ਚੱਲੀ ਹੈ ਇਹਦੇ 'ਚ ਲੋਕ ਇੰਨੇ ਖੁਸ਼ ਹੈ ਵੀ ਹਰ ਬੰਦੇ ਦਾ ਵਿਕਾਸ ਹੋਇਆ। ਉੱਥੇ ਸ਼ਹਿਰਾਂ ਦਾ ਵਿਕਾਸ ਹੋਰ ਚੀਜ਼ ਹੁੰਦਾ, ਜਿਹੜਾ ਅਸਲੀ ਵਿਕਾਸ ਦਾ ਮਾਡਲ ਹੈ ਉਹ ਹੁੰਦਾ ਵੀ ਹਰੇਕ ਗਰੀਬ ਦੇ ਘਰ ਦੇ ਤੋਂ ਤੁਰਦਾ ਵਿਕਾਸ, ਉਹਦੇ ਬੱਚੇ ਦੀ ਐਜੂਕੇਸ਼ਨ ਕਹੀ ਜਿਹੀ ਹੋਵੇ, ਹੈਲਥ ਕਹੀ ਜਿਹੀ ਹੋਵੇ, ਉਹਦਾ ਮਤਲਬ ਜੋਬ ਸਿਕਿਉਰਿਟੀ ਕਹੀ ਜਿਹੀ ਹੋਵੇ। ਉਹ ਪੂਰਾ ਕੇਜਰੀਵਾਲ ਨੇ ਇੱਕ ਉੱਥੇ ਇਹੋ ਜਿਹਾ ਸੈਟਅਪ ਕਰਤਾ ਵੀ ਉੱਥੇ ਆਂਗਨਵਾੜੀ ਵੀ 14,700 ਤੋਂ ਸ਼ੁਰੂ ਹੁੰਦੀ ਉੱਥੇ ਤਨਖਾਹ। ਇੱਥੇ ਸਾਡੇ ਖਜ਼ਾਨੇ ਖਾਲੀ ਆ, ਟੀਚਰਾਂ ਦੇ ਡੰਡੇ ਪੈਣੇ। ਤੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਅਸੀਂ ਸਟੇਟਮੈਂਟ ਸੁਣੀ ਸੀ, ਉਹਨਾਂ ਨੇ ਤੁਹਾਡੀ ਸਰਕਾਰ ਦਾ ਕੰਪੈਰੀਜ਼ਨ ਆਪਣੀ ਸਰਕਾਰ ਨਾਲ ਕੀਤਾ ਵੀ ਤੁਸੀਂ ਤਾਂ ਕੀ ਕੀਤਾ ਹੋਣਾ, ਮੈਂ ਤਾਂ ਵਾਰੇ ਨਿਆਰੇ ਕਰ ਦਿੱਤੇ ਨੇ ਪੰਜਾਬ ਦੇ ਵਿੱਚ। ਫਿਰ ਕੰਪੈਰੀਜ਼ਨ ਕਿੱਥੇ ਗਿਆ? ਨਹੀਂ, ਇਹ ਗਏ ਸੀਗੇ, ਇਹਨਾਂ ਨੂੰ ਚਾਂਸ ਲੱਗ ਗਿਆ ਸੀ ਵੀ ਗੱਪਾਂ ਮਾਰ ਕੇ ਸਰਕਾਰ ਬਣਾਈ ਜਾ ਸਕਦੀ ਹੈ। ਇਹਨਾਂ ਨੇ ਸੋਚਿਆ ਵੀ ਇਹੋ ਜਿਹੇ ਕੰਮ ਇੱਥੇ ਹੋ ਜਾਊਗਾ ਦਿੱਲੀ, ਪਰ ਅਸੀਂ ਜਾ ਕੇ ਇਹਨਾਂ ਤੋਂ ਪਹਿਲਾਂ ਦੱਸਦੇ ਇੱਥੇ ਦਿੱਲੀ ਵਾਲਿਆਂ ਨੂੰ ਵੀ ਇੱਥੇ ਆਉਣਗੇ ਉਹ ਗੱਪਾਂ ਮਾਰਨਗੇ, ਭਾਈ ਫਸਣਾ ਜਾਇਓ। ਉਹ ਇਹਨਾਂ ਦੇ ਜਾਲ 'ਚ ਨਹੀਂ ਫਸੇ, ਇਸ ਕਰਕੇ ਇਹਨਾਂ ਦੀਆਂ ਗੱਪਾਂ ਜ਼ੀਰੋ ਹੋ ਗਈਆਂ। ਦੂਜੀ ਗੱਲ ਹੁਣ ਪੰਜਾਬ ਤੇ ਤੁਸੀਂ ਕੀਤੀ ਸੀ ਵੀ 2022 'ਚ ਕਿਵੇਂ ਆਊਗੀ। ਹੁਣ ਉੱਥੇ 28 ਦਿਨ ਦੀ ਸਾਨੂੰ ਸਰਕਾਰ 28 ਸੀਟਾਂ ਦਿੱਤੀ ਸੀ, ਫੁੱਲ ਮੈਜੋਰਟੀ ਨਹੀਂ ਦਿੱਤੀ। ਇੱਥੇ ਸਾਨੂੰ 20 ਦਿੱਤੀਆਂ ਵੀ ਤੁਸੀਂ ਪਹਿਲਾਂ ਓਪੋਜੀਸ਼ਨ 'ਚ ਕੰਮ ਸਿੱਖੋ। ਹੁਣ ਉਹਦੇ ਨਾਲ ਸਾਨੂੰ ਤਜਰਬਾ ਵੀ ਆ ਗਿਆ ਪੰਜਾਬ ਦੇ, ਅਸੀਂ ਮਸਲੇ ਸਮਝਣ ਲੱਗ ਗਏ ਤੇ ਮੁੱਦੇ ਚੱਕ ਰਹੇ ਹਾਂ ਅਸੀਂ। ਉਹਦੇ ਅਕੋਰਡਿੰਗ ਅਸੀਂ 22 ਤੱਕ ਅਸੀਂ ਹੁਣ ਅੱਜ ਤੋਂ ਬਾਅਦ ਸਾਡਾ ਢਾਂਚਾ ਪੂਰਾ ਤਿਆਰ ਹੋ ਜਾਊਗਾ ਤੇ 2 ਸਾਲ ਕਾਹਦੇ ਰਹਿ ਗਏ ਜੀ, ਮਹੀਨੇ ਰਹਿ ਗਏ 24। ਇਹ ਤਾਂ ਲਾਸਟ ਈਅਰ ਤਾਂ ਇਲੈਕਸ਼ਨ ਈਅਰ ਹੁੰਦਾ, ਸਾਲ ਹੀ ਰਹਿ ਗਿਆ ਜੀ। ਤੇ ਇਸ ਕਰਕੇ ਜੋ ਇਸ ਪੰਜਾਬ ਸਰਕਾਰ ਦਾ ਪਰਫਾਰਮੈਂਸ ਹੈ ਉਹ ਇੰਨਾ ਨਿੰਦਣਯੋਗ ਹੈਗਾ ਵੀ ਉਹ ਤਾਂ ਹੁਣ ਲੋਕ ਅੱਕੇ ਬੈਠੇ, ਉਹ ਤਾਂ ਉਡੀਕ ਰਹੇ ਵੀ ਇਲੈਕਸ਼ਨ ਆਵੇ। ਹਾਂ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਪੰਜਾਬ ਦਾ ਜਿਹੜਾ ਹਾਲਾਤ ਹੈਗੇ, ਪੰਜਾਬ ਦੇ 2 ਦਰਵਾਜ਼ੇ ਮੇਨ ਹੈਗੇ, ਖਰੜ ਤੇ ਲਾਂਡਰਾਂ। ਤੇ ਦੋਏ ਖਰੜ ਚਰਨਜੀਤ ਚੰਨੀ ਦੀ ਕੋਠੀ ਹੈ ਤੇ ਮੋਹਾਲੀ ਏਰੀਆ 'ਚ ਪੈ ਜਾਂਦਾ ਲਾਂਡਰਾਂ, ਬਲਵੀਰ ਸਿੰਘ ਸਿੱਧੂ ਕੈਬਨਿਟ ਮਿਨਿਸਟਰ, ਦੋਏ ਕੈਬਨਿਟ 'ਚ ਬੈਠਦੇ ਜੀ ਜੀ। ਦੋਏ ਅਜੇ ਤੱਕ ਖਰੜ ਦੇ ਜਾਮ ਦਾ ਨਹੀਂ ਹੱਲ ਕਰ ਸਕੇ, ਨਾ ਸਿੱਧੂ ਸਾਹਿਬ ਲਾਂਡਰਾਂ ਦਾ ਕਰ ਸਕੇ। ਤੇ ਖਰੜ ਦਾ ਟ੍ਰੀਟਮੈਂਟ ਪਲਾਂਟ, ਉੱਥੇ ਦਾ ਪਾਣੀ ਜਿਹੜਾ ਹੈਗਾ ਨਾ ਲੋਕਾਂ ਦੇ ਖੇਤਾਂ 'ਚ ਖੁੱਲ੍ਹਾ ਛੱਡਤਿਆ। ਲੋਕ ਫੋਨ ਕਰਦੇ ਸਾਨੂੰ, ਅਸੀਂ ਮਰ ਗਏ, ਸਾਡੀਆਂ ਕਣਕਾਂ
ਮਰ ਗਈਆਂ ਵੀ ਸਾਡਾ ਸੋਚੋ ਕੁਛ। ਚਲੋ, ਮਤਲਬ ਇਹਨਾਂ ਚਲੋ ਤੋਂ ਆਪਾਂ ਇਹਨਾਂ ਉਹ ਮੁੱਦਿਆਂ ਮਸਲੇ ਤੇ ਨਹੀਂ ਹੱਲ ਹੋਏ। ਦੁਬਾਰਾ ਆ ਜਾਾਂਗੇ ਮੁੱਦਿਆਂ ਤੇ, ਪਹਿਲਾਂ ਮੈਂ ਇੱਕ ਰਿਐਕਸ਼ਨ ਲੈ ਲਵਾਂ। ਗਰੇਵਾਲ ਸਾਹਿਬ, ਕਿਉਂਕਿ ਕੌਨਫੀਡੈਂਟ ਹੋਣਾ ਬੜਾ ਜ਼ਰੂਰੀ ਹੈ, ਹੋਣਾ ਵੀ ਚਾਹੀਦਾ, ਪਰ ਓਵਰ ਕੌਨਫੀਡੈਂਟ ਮਾਰ ਦਿੰਦਾ ਬੰਦੇ ਨੂੰ। ਤੁਹਾਨੂੰ ਨਹੀਂ ਲੱਗਦਾ ਕਿ ਓਵਰ ਕੌਨਫੀਡੈਂਸ ਰਹੀ ਹੈ ਤੁਹਾਡੀ ਪਾਰਟੀ ਦਿੱਲੀ ਦੇ ਵਿੱਚ? ਈਵਨ ਇਲੈਕਸ਼ਨ ਹੋਣ ਤੋਂ ਬਾਅਦ ਵੀ ਤੁਸੀਂ ਇਹ ਕਹਿੰਦੇ ਰਹੇ ਕਿ ਅਸੀਂ ਤਾਂ ਸਰਕਾਰ ਬਣਾਉਣ ਜਾ ਰਹੇ ਹਾਂ, ਜੋ ਨਤੀਜੇ ਆਏ ਤੁਸੀਂ ਨੇੜੇ ਤੇੜੇ ਵੀ ਨਹੀਂ ਕਿਤੇ ਦਿਖੇ। ਇਹ ਮੇਰੇ ਖਿਆਲ ਮੋਦੀ ਜੀ ਨੇ ਤਾਂ ਕਿਤੇ ਨਹੀਂ ਕਿਹਾ ਸੀ ਇਹ। ਨਹੀਂ, ਤੁਹਾਡੇ ਦਿੱਲੀ ਬੀਜੇਪੀ ਦੇ ਪ੍ਰਧਾਨ ਉਹ ਸਭ ਕੁਝ ਕਹਿੰਦੇ ਰਹੇ ਕਿ ਅਸੀਂ ਤਾਂ ਜਿੱਤੇ ਹੋਏ ਹਾਂ, ਅਸੀਂ ਤਾਂ ਇਲੈਕਸ਼ਨ ਦੇ ਵਿੱਚ ਵਾਵਾ ਕਰਤੀ ਹੈ ਔਰ ਸਰਕਾਰ ਬਣਾਉਣ ਜਾ ਰਹੇ। ਉਹ ਆਰਟਿਸਟ ਨੇ, ਉਹਨਾਂ ਦਾ ਆਪਣਾ ਤਰੀਕਾ ਗੱਲ ਕਰਨ ਦਾ, ਪਰ ਜਿਹੜੇ ਗੰਭੀਰ ਲੋਕ ਨੇ ਉਹਨਾਂ ਨੂੰ ਸਭ ਜਾਣਕਾਰੀ ਹੁੰਦੀ ਹੈ। ਦੇਖੋ, ਇਹ 'ਚ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਜਿਹੜਾ ਅਸੀਂ ਆਂਕਲਨ ਕਰ ਰਹੇ ਹਾਂ ਨਾ ਇਸ ਵੇਲੇ, ਇਹ ਵੀ ਸਾਨੂੰ ਸਮਝਣਾ ਚਾਹੀਦਾ ਕਿ ਜਦੋਂ ਸਰਕਾਰ ਕੇਜਰੀਵਾਲ ਦੀ ਸੀਗੀ ਤਾਂ ਮਿਊਨਿਸਪਲ ਕਾਰਪੋਰੇਸ਼ਨ ਵੀ ਅਸੀਂ ਉੱਥੇ ਉਦੋਂ ਜਿੱਤੇ ਹਾਂ। ਇਹ ਲੋਕਾਂ ਦੀ ਸੋਚ ਅਲੱਗ ਹੁੰਦੀ ਹੈ। ਔਰ ਜਦੋਂ ਪਾਰਲੀਮੈਂਟ ਦੀਆਂ ਵੀ 100% ਸੀਟਾਂ ਅਸੀਂ ਉਦੋਂ ਹੀ ਜਿੱਤੇ ਜਦੋਂ ਕੇਜਰੀਵਾਲ ਮੁੱਖ ਮੰਤਰੀ ਸੀ। ਇਹਦਾ ਕਿਤੇ ਕੋਈ ਫਰਕ, ਜਦੋਂ ਦਿੱਲੀ 'ਚ ਫਰਕ ਨਹੀਂ ਪੈਂਦਾ ਤਾਂ ਪੰਜਾਬ ਜਾਂ ਤੂਰਦਾਰ ਕੀ ਫਰਕ ਪੈਣਾ? ਔਰ ਦੂਸਰਾ ਫਿਰ ਤੁਹਾਨੂੰ ਕੀ ਸਮਝ ਆਉਂਦਾ ਕਿ ਕਿਉਂ ਨਹੀਂ ਤੁਹਾਨੂੰ ਲੋਕਾਂ ਨੇ ਵੋਟ ਪਾਈ? ਵਿਧਾਨ ਸਭਾ 'ਚ ਤੁਹਾਨੂੰ ਪਸੰਦ ਨਹੀਂ ਕਰਦੇ? ਮੈਂ ਦੱਸ ਦੇਣਾ, ਨਹੀਂ ਐਸੀ ਗੱਲ ਨਹੀਂ ਹੈ। ਅਸਲ ਕੀ ਹੈ ਕਿ ਇੱਕ ਲੋਕਲ ਲੀਡਰਸ਼ਿਪ ਤੇ ਬਹੁਤ ਕੁਝ ਡਿਪੈਂਡ ਕਰਦਾ। ਅਸੀਂ ਕਦੇ ਵੀ ਸੰਗਠਨ ਖੜਾ ਕਰਕੇ ਚੁਣਾਵ ਨਹੀਂ ਜਿੱਤਦੇ। ਜਦੋਂ ਅਸੀਂ ਸੰਗਠਨ ਦੀ ਮੁੱਖ ਧਾਰਾ ਨਾਲ ਆਮ ਜਨਤਾ ਨੂੰ ਜੋੜ ਲੈਂਦੇ ਆ ਜਾਂ ਆਪਦੇ ਲੀਡਰ ਦੀ ਮੁੱਖ ਧਾਰਾ ਨਾਲ ਜੋੜ ਲੈਂਦੇ ਆ, ਜਿਸ ਤਰ੍ਹਾਂ ਅਸੀਂ ਮੋਦੀ ਜੀ ਦੇ ਟਾਈਮ ਜਿੱਤੇ ਆ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਮੋਦੀ ਜੀ ਦੀ ਮੇਨ ਸਟ੍ਰੀਮ ਨਾਲ ਆਮ ਜਨਤਾ ਜੁੜ ਗਈ ਤੇ ਅਸੀਂ ਸੀਟਾਂ ਜਿੱਤ ਗਏ। ਔਰ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਨਾਲ ਇਸ ਵਾਰ ਨਹੀਂ ਜੋੜ ਪਾਏ ਤੁਸੀਂ ਲੋਕਾਂ ਨੂੰ ਮੁੱਖ ਧਾਰਾ ਨਾਲ। ਮੈਂ ਦੱਸ ਰਿਹਾ ਦਿੱਲੀ ਦੇ ਅੰਦਰ ਜੋ ਲੀਡਰਸ਼ਿਪ ਇਦਾਂ ਦੀ ਚਾਹੀਦੀ ਸੀ ਸਾਨੂੰ, ਉਸ ਤੇ ਹੁਣ ਗੰਭੀਰਤਾ ਨਾਲ ਵਿਚਾਰ ਹੋ ਰਿਹਾ। ਇਹ ਹੋ ਗਿਆ ਕਿ ਸਟੇਟ ਲੀਡਰਸ਼ਿਪ ਵੀ ਡਿਵੈਲਪ ਹੋਣੀ ਚਾਹੀਦੀ ਹੈ ਔਰ ਉਸ ਲੈਵਲ ਤੇ ਹੋਣੀ ਚਾਹੀਦੀ ਆ। ਉੱਥੋਂ ਦੀ ਜਨਤਾ ਉਹਨਾਂ ਦੀ ਮੁੱਖ ਧਾਰਾ ਨਾਲ ਜੁੜੀ ਹੋਵੇ, ਉਹਨਾਂ ਦੀ ਵੀ ਐਕਸੈਪਟੈਂਸ ਹੋਵੇ। ਚਲੋ, ਇਹ ਮੰਨੇ ਹੋ ਤੁਸੀਂ ਕਿ ਹਰ ਥਾਂ ਤੇ ਮੋਦੀ ਸਿੱਕਾ ਨਹੀਂ ਚੱਲਦਾ, ਇਸ ਲਈ ਮੋਦੀ ਸਿੱਕਾ ਸਭ ਜਗ੍ਹਾ ਚੱਲੂਗਾ। ਲੋਕਲ ਲੀਡਰਸ਼ਿਪ ਸਟਰੋਂਗ ਚਾਹੀਦੀ ਹੈ। ਜੇ ਮੋਦੀ ਸਿੱਕਾ ਚੱਲਦਾ ਤੇ ਅੱਜ ਦਿੱਲੀ ਦੇ ਨਤੀਜੇ ਕੁਝ ਹੋਰ ਹੁੰਦੇ ਨਾ। ਐਸਾ ਕੁਝ ਨਹੀਂ। ਮੋਦੀ ਜੀ ਦੇ ਨੇਤਰਤਵ 'ਚ ਚੁਣਾਵ ਨਹੀਂ ਲੜਿਆ ਗਿਆ, ਇਹ ਅਮਿਤ ਸ਼ਾਹ ਜੀ ਦੇ ਨੇਤਰਤਵ 'ਚ ਲੜਿਆ ਗਿਆ। ਪਹਿਲੀ ਗੱਲ ਤਾਂ ਇਹ ਸਮਝ ਲਓ। ਔਰ ਦੂਸਰੀ ਗੱਲ ਇਹ ਆ ਕਿ ਇਹ ਸਮੂਹਿਕ ਸਾਡੇ ਨੇਤਰਤਵ ਹੁੰਦਾ, ਪਰ ਉੱਥੇ ਸਾਡੀ ਕਮੀ ਰਹਿ ਗਈ। ਔਰ ਜਿੱਥੇ ਜਿੱਥੇ ਕਮੀ ਰਹੀ ਆ ਉਹਦੇ ਤੇ ਵਿਚਾਰ ਕਰਕੇ ਸਾਡਾ ਸੰਗਠਨ ਜਿਹੜਾ ਬਹੁਤ ਗੰਭੀਰਤਾ ਨਾਲ ਵਿਚਾਰ। ਦੂਜੇ ਪਾਸੇ ਲਓ ਕਿ ਅਸੀਂ 38% ਵੋਟ ਸਾਡਾ ਵਧਿਆ, ਵੋਟ ਸ਼ੇਅਰ ਇਹਦਾ ਵੀ ਵਧਿਆ, ਆਮ ਆਦਮੀ ਦਾ ਵੀ। ਤੁਹਾਡਾ 36% ਸੀ, 2% ਹੀ ਵਧਿਆ। 2% ਬਹੁਤ ਆ ਵੈਸੇ ਤਾਂ ਇਲੈਕਸ਼ਨ ਜਿੱਤਣ ਲਈ, ਪਰ ਜੇ ਕਾਂਗਰਸ ਸੁਪਤ ਅਵਸਥਾ 'ਚ ਨਾ ਜਾਂਦੀ, ਉਹ ਜਾਣ ਕੇ ਗਏ ਜਾਂ ਵੈਸੇ ਹੀ ਲੋਕਾਂ ਨੇ ਭੇਜਤੇ, ਉਹ ਗੱਲ ਅਲੱਗ ਹੈਗੀ ਆ, ਤੇ ਉਸ ਦਾ ਬਹੁਤ ਬੜਾ ਫਰਕ ਪੈਣਾ ਸੀ। ਇਸ ਕਰਕੇ ਕਾਂਗਰਸ ਵਾਲੇ ਤਾਂ ਹੁਣ ਇਸੇ ਗੱਲ ਤੇ ਹੀ ਫਖਰ ਕਰਦੇ ਆ। ਤੇ ਇਹ ਵੀ ਐਲੀਗੇਸ਼ਨ ਲੱਗਦਾ ਰਹਿੰਦਾ ਕਿ ਤੁਸੀਂ ਜ਼ਿਆਦਾ ਸੀਰੀਅਸ ਆਪਣੇ ਸਹਿਯੋਗੀਆਂ ਨੂੰ ਵੀ ਨਹੀਂ ਲਿਆ। ਤੁਹਾਡੇ ਗੁਆਂਢ ਦੇ ਵਿੱਚ ਅਕਾਲੀ ਦਲ ਦੇ ਬੁਲਾਰੇ ਬੈਠੇ ਨੇ, ਅਕਾਲੀ ਦਲ ਦੇ ਨੂੰ ਵੀ ਤੁਸੀਂ ਟਿਕਟਾਂ ਦਿੱਤੀਆਂ, ਉਹ ਚਾਰੇ ਸੀਟਾਂ ਵੀ ਤੁਸੀਂ ਹਾਰ ਗਏ। ਇੱਕ ਮਿੰਟ ਉਹ ਵੀ ਸੁਣ ਲਓ। ਪਹਿਲੀ ਗੱਲ ਤਾਂ ਕੁਝ ਲੋਕ ਹਰਿਆਣਾ ਦੀ ਵੀ ਗੱਲ ਕਰਨ ਲੱਗ ਜਾਂਦੇ। ਹਰਿਆਣਾ 'ਚ ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਕਦੇ ਸਮਝੌਤਾ ਨਹੀਂ ਰਿਹਾ, ਔਰ ਦਿੱਲੀ ਦੇ ਅੰਦਰ ਜ਼ਰੂਰ ਰਿਹਾ। 4 ਸੀਟਾਂ ਦਿੰਦੇ ਸੀ, ਕੁਝ ਸਾਡੇ ਸਿੰਬਲ ਤੇ ਲੜਦੇ ਸੀ, ਕੁਝ ਸ਼ਬਦ ਤੇ ਲੜਦੇ ਸੀ, ਇਹ ਸਭ ਸਹਿਮਤੀ ਸੀ। ਤੇ ਅਕਾਲੀ ਦਲ ਦੇ ਆਪਣੇ ਰੀਜ਼ਨ ਸੀ, ਇਹ ਨਹੀਂ ਕਿ ਉਹਨਾਂ ਨੂੰ ਸੀਟਾਂ ਨਹੀਂ ਦਿੱਤੀਆਂ ਗਈਆਂ, ਉਹਨਾਂ ਦੇ ਆਪਣੇ ਰੀਜ਼ਨ ਸੀ। ਉਹਦੇ ਕਰਕੇ ਉਹ ਚੁਣਾਵ ਨਹੀਂ ਲੜਨਾ ਚਾਹੁੰਦੇ ਸੀ। ਇਹ ਨਹੀਂ ਕਿ ਅਸੀਂ ਉਹਨਾਂ ਨੂੰ ਗਠਬੰਧਨ ਤੋਂ ਅਲੱਗ ਕੀਤਾ ਜਾਂ ਉਹਨਾਂ ਨੂੰ ਸੀਟਾਂ ਨਹੀਂ ਦਿੱਤੀਆਂ ਜਾਂ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਸੀ ਸਾਡਾ। ਤੁਹਾਨੂੰ ਲੱਗਦਾ ਕਿ ਥੋੜਾ ਖਮਿਆਜ਼ਾ ਭੁਗਤਣਾ ਪਿਆ ਕਿ ਨਹੀਂ ਭੁਗਤਣਾ ਪਿਆ? ਦੇਖੋ, ਜੇ ਅਕਾਲੀ ਦਲ ਲੜਦਾ ਤਾਂ ਸ਼ਾਇਦ ਕੀਤਾ ਸੀ 4 ਸੀਟਾਂ ਹੋਰ ਜਿੱਤ ਜਾਂਦੇ, ਫਿਰ ਕੀ ਸਰਕਾਰ ਬਣ ਜਾਂਦੀ? ਨਹੀਂ, ਚਲੋ 12 ਹੀ ਹੋਣੀਆਂ ਸੀ। ਇਹ ਤਾਂ ਮੰਨ ਕੇ ਚੱਲੀਏ ਨਾ, ਫਿਰ ਨੁਕਸਾਨ ਹੋਇਆ ਕਿ ਫਾਇਦਾ ਹੋਇਆ? ਇਹ ਤੁਹਾਡਾ ਅੰਕਲਨ ਤਾਂ ਕੁਝ ਤੁਹਾਡੇ ਸਾਹਮਣੇ ਆંકੜੇ ਤਾਂ ਆਏ ਹੋਣੇ ਕਿ ਨਹੀਂ ਆਏ? ਅਸੀਂ ਜਦੋਂ ਹੁਣ ਬੈਠਾਂਗੇ ਨਾ, ਸਾਰੇ ਅੰਕਲਨ ਕਰਾਂਗੇ ਔਰ ਸਾਡੀ ਉਹਦੇ ਤੇ ਵਰਕਿੰਗ ਵੀ ਰਹਿੰਦੀ ਹੈ, ਸਭ ਕੁਝ ਰਹਿੰਦਾ। ਮੈਂ ਤੁਹਾਨੂੰ ਅੱਜ ਦੱਸਦਾ। ਫਿਰ ਜਿਹੜੇ ਲੋਕ ਕਈ ਸੋਚਦੇ ਆ ਪਤਾ ਨਹੀਂ ਕੀ ਹੋਊਗਾ ਪੰਜਾਬ 'ਚ, ਤੁਸੀਂ ਪੰਜਾਬ 'ਚ ਦੇਖਣਾ, ਪੰਜਾਬ ਤੇ ਕੋਈ ਪ੍ਰਭਾਵ ਨਹੀਂ ਪੈਣ ਵਾਲਾ ਇਹਦਾ। ਤੁਸੀਂ ਸਾਡੇ ਗਠਬੰਧਨ ਦੇ ਬਾਰੇ ਦੇਖਣਾ। ਔਰ ਇਹ ਮੈਂ ਵਿਸ਼ਵਾਸ ਨਾਲ ਕਹਿਣਾ ਕਿ ਜਦੋਂ ਅਕਾਲੀ ਦਲ ਪਲੱਸ ਮਜ਼ਬੂਤ ਭਾਜਪਾ ਹੁੰਦੀ ਹੈ, ਸਰਕਾਰ ਸਾਡੀ ਬਣਦੀ ਹੈ। ਜਦੋਂ ਅਕਾਲੀ ਦਲ ਪਲੱਸ ਕਮਜ਼ੋਰ ਭਾਜਪਾ ਹੋਵੇ, ਸਰਕਾਰ ਕਿਸੇ ਹੋਰ ਦੀ ਬਣਦੀ ਹੈ। ਇਸ ਵੇਲੇ ਅਸੀਂ ਦੋਨੋਂ ਮਜ਼ਬੂਤੀ ਦੇ ਨਾਲ ਹੁਣ ਆਉਣ ਵਾਲੇ 2 ਸਾਲ ਦੇਖਣਾ ਕਿ ਕਿਸ ਤਰ੍ਹਾਂ ਲੱਗਦੇ ਆ। ਠੀਕ ਹੈ। ਬੈਂਸ ਸਾਹਿਬ ਤੋਂ ਰੇਸ਼ਨ ਲੈ। ਬੈਂਸ ਸਾਹਿਬ, ਬੜੀ ਚਰਚਾ ਚੱਲ ਰਹੀ ਤੁਹਾਡੀ ਪਾਰਟੀ ਦੀ ਕਿ ਅਕਾਲੀ ਦਲ ਨੇ ਤਾਂ ਸ਼ੁਕਰ ਹੀ ਮਨਾ ਲਿਆ ਕਿ ਆਮ ਆਦਮੀ ਪਾਰਟੀ ਉੱਥੇ ਜਿੱਤ ਗਈ। ਜੇ ਬੀਜੇਪੀ ਜਿੱਤ ਜਾਂਦੀ ਤਾਂ ਬੀਜੇਪੀ ਸ਼ਾਇਦ ਹੋਰ ਅੱਖਾਂ ਦਿਖਾਉਂਦੀ ਕਿ ਵੇਖੋ ਅਸੀਂ ਤਾਂ ਉੱਥੇ ਵੀ ਜਿੱਤ ਗਏ ਤੁਹਾਡੇ ਬਿਨਾਂ, ਹੁਣ ਪੰਜਾਬ 'ਚ ਵੀ ਤੁਹਾਡੇ ਬਿਨਾਂ ਜਿੱਤ ਜਾਾਂਗੇ। ਸਹੀ ਗੱਲ ਹੈ? ਦੇਖੋ, ਲੋਕਾਂ ਦੇ ਤਾਂ ਮੂੰਹ ਨਹੀਂ ਫੜ ਸਕਦੇ। ਕੋਈ ਚਰਚਾ ਤਾਂ ਹੈਗੀ ਹੈ ਕਿ ਨਹੀਂ ਹੈ? ਨਹੀਂ, ਚਰਚਾ ਜੇ ਕੋਈ ਕਰੇ, ਤੁਹਾਡੀ ਪਾਰਟੀ ਦੇ ਅੰਦਰ ਚਰਚਾ ਹੈ ਇਸ ਗੱਲ ਦੀ ਕਿ ਨਹੀਂ? ਨਹੀਂ, ਪਾਰਟੀਆਂ ਜਿਹੜੀਆਂ ਹੁੰਦੀਆਂ ਬਹੁਤ ਗੰਭੀਰ ਉਹਨਾਂ ਦੀ ਸੋਚ ਹੁੰਦੀ ਹੈ। ਉਹ 'ਚ ਇਸ ਤਰ੍ਹਾਂ ਨਹੀਂ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਦੇ ਉੱਤੇ ਕੋਈ ਰਿਐਕਟ ਕਰਦਾ। ਤੋ ਜਿਹੜੀਆਂ ਦੇਖੋ, ਹਾਈ ਕਮਾਂਡ ਬੀਜੇਪੀ ਦੀ, ਹਾਈ ਕਮਾਂਡ ਸਾਡੀ, ਅਕਸਰ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਲੋਅਰ ਲੈਵਲ ਦੇ ਲੀਡਰਸ ਜਿਹੜੇ ਨੇ ਉਹ ਹੋਰ ਤਰ੍ਹਾਂ ਸੁਰਾਂ 'ਚ ਗੱਲ ਕਰਦੇ ਨੇ। ਇਵਨ ਪੰਜਾਬ 'ਚ ਆਪਾਂ ਦੇਖਦੇ ਹਾਂ। ਲੇਕਿਨ ਅਕਾਲੀ ਦਲ ਦਾ ਤੇ ਭਾਜਪਾ ਦਾ ਜੋ ਅਸੀਂ 9 ਮਾਸ ਦਾ ਰਿਸ਼ਤਾ ਕਹਿੰਦੇ ਆ ਨਾ, ਤਾਂ ਮੇਰਾ ਮਤਲਬ ਉਸ ਵੇਲੇ ਇਹ ਹੁੰਦਾ ਹੈ
ਕਿ ਇੱਕ ਤਾਂ 9 ਮਾਸ ਦਾ ਰਿਸ਼ਤਾ ਪੰਜਾਬ ਦੀ ਸਟੇਟ ਦੇ ਹਿਸਾਬ ਦੇ ਨਾਲ, ਔਰ ਦੂਸਰਾ 9 ਮਾਸ ਦਾ ਰਿਸ਼ਤਾ ਕਿ ਦੋਨਾਂ ਪਾਰਟੀਆਂ ਦੀ ਹਾਈ ਕਮਾਂਡ ਨੇ ਇੱਕ ਵਿਜ਼ਨ ਪੰਜਾਬ ਵਾਸਤੇ ਬਾਕੀ ਕੰਟਰੀ ਨਾਲੋਂ ਅਲੱਗ ਹੈ, ਕਿਉਂਕਿ ਇੱਥੇ ਇੱਕ ਸਪੈਸੀਫਿਕ ਇਸ਼ੂ ਹੈ। ਉਹ ਇਸ਼ੂ ਸੀ ਇੱਥੇ ਪੀਸ ਐਂਡ ਕਮਿਊਨਲ ਹਾਰਮਨੀ ਦਾ, ਜਿਹਨੂੰ ਰੱਖਣ ਵਾਸਤੇ ਹੀ ਇਹ ਆਇਆ ਸੀਗਾ। ਤੇ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੀ ਉਹ ਜਿਹੜਾ ਹੈਗਾ ਕਿ ਇਹਨਾਂ ਦਾ ਸਾਡੇ ਨਾਲ ਸਮਝੌਤਾ ਜਾਂ ਕਿਸ ਤਰ੍ਹਾਂ, ਦੇਖੋ ਉੱਥੇ ਇੱਕ ਇਸ਼ੂ ਇਹ ਸੀਗਾ ਕਿ CAA ਇੱਕ ਡੈਫੀਨਿਟਲੀ ਇਸ਼ੂ ਸੀ, ਆਪਾਂ ਐਵੇਂ ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਇਸ਼ੂ ਸੀ ਉਹ। ਔਰ ਉਹਦੇ ਤੇ ਸਾਡਾ ਸਟੈਂਡ ਜਿਹੜਾ ਸੀ ਉਹ ਇਹ ਸੀ ਕਿ ਜਿੱਥੋਂ ਤੱਕ ਤਾਂ CAA ਜਿਹੜਾ ਹੈ ਉਹ ਸਿੱਖਾਂ ਨੂੰ ਵੀ ਰਾਹਤ ਦੇ ਰਿਹਾ ਹੈ ਤੇ ਅਸੀਂ CAA ਨੂੰ ਅਪੋਜ਼ ਨਹੀਂ ਕਰ ਸਕਦੇ, ਲੇਕਿਨ ਕਿਉਂਕਿ ਇਹ ਇੱਕ ਫਿਰਕੇ ਨੂੰ ਬਾਹਰ ਰੱਖ ਰਿਹਾ ਤਾਂ ਉਹ ਸਾਡੀ ਸਰਬੱਤ ਦੇ ਭਲੇ ਦੇ ਕਨਸੈਪਟ ਦੇ ਉਲਟ ਜਾ ਰਿਹਾ। ਇਹਨਾਂ ਦਾ ਆਪਣਾ ਸੀ, BJP ਦਾ ਇੱਕ ਇੰਟਰਪ੍ਰੀਟੇਸ਼ਨ ਸੀ ਕਿ ਉਹ ਮੁਸਲਿਮ ਕੰਟਰੀ ਦੇ ਵਿੱਚੋਂ ਮੁਸਲਿਮ ਨੂੰ ਆਪਾਂ ਕਿਵੇਂ ਮਤਲਬ ਕਰੀਏ ਕਿ ਪਰਸੀਕਿਊਟਡ ਆ ਉਹ ਇੱਕ ਆਪਣੇ ਥਾਂ ਤੇ ਠੀਕ ਸੀ ਉਹਨਾਂ ਦੀ ਗੱਲ, ਪਰ ਅਸੀਂ ਕਹਿੰਦੇ ਸੀ ਵੀ ਕੁਝ ਮੁਸਲਮਾਨਾਂ ਵਿੱਚ ਵੀ ਫਿਰਕੇ ਐਸੇ ਜਿਨ੍ਹਾਂ ਨਾਲ ਪਰਸੀਕਿਊਸ਼ਨ ਹੁੰਦੀ ਹੈ, ਜਿਵੇਂ ਕਿ ਅਹਿਮਦੀਆਜ਼ ਨੇ, ਜਿਵੇਂ ਸ਼ੀਆਜ਼ ਨੇ ਜਾਂ ਹੋਰ ਨੇ। ਸੋ ਇਹ ਜਿਹੜੀ ਇਸ਼ੂ ਸੀ, ਇਸ ਕਰਕੇ ਸਾਡੇ ਡਿਫਰੈਂਸਿਸ ਸੀਗੇ ਨਾ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈਗਾ ਕੋਈ ਸੀਟਾਂ ਸੂਟਾਂ ਦੀ ਉੱਥੇ ਗੱਲ ਨਹੀਂ ਸੀਗੀ। ਉਹ ਇੱਕ ਬਲਕਿ ਤੋਂ ਤੁਸੀਂ ਇਹ ਦੇਖੋਗੇ ਆਈਡੀਓਲੋਜੀ ਦੇ ਉੱਤੇ ਦੋਨੋਂ ਪਾਰਟੀਆਂ ਖੜੀਆਂ ਰਹੀਆਂ, ਇਹ ਆਪਣੀ ਆਈਡੀਓਲੋਜੀ ਤੇ ਖੜੇ ਰਹੇ, ਅਸੀਂ ਆਪਣੀ ਆਈਡੀਓਲੋਜੀ ਖੜੇ ਰਹੇ। ਪਰ ਪਹਿਲਾਂ ਤਾਂ ਮੈਨੂੰ ਮਾਫ ਕਰੋ, ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੀਗ ਜਿਹੜੇ ਨੇ ਆਪਣੇ ਨਾਲ ਆਪਣੇ ਜਿਹੜੇ ਸਾਥੀ ਨੇ ਇਸ ਵੇਲੇ ਆਪਣੇ ਨਾਲ ਬਹਿਸ ਕਰਨ 'ਚ, ਤੇ ਇਹਨਾਂ ਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੁਬਾਰਕਬਾਦ ਦੇਣੀ ਚਾਹੁੰਦਾ। ਇਹਨਾਂ ਨੂੰ ਬਹੁਤ ਇਹਨਾਂ ਦੀ ਸ਼ਾਨਦਾਰ ਉੱਥੇ ਜਿੱਤ ਹੋਈ ਹੈ, ਤੇ ਜਿਸ ਕਰਕੇ ਇੱਕ ਸਾਡੀ ਡੈਮੋਕ੍ਰੈਟਿਕ ਔਰ ਕਲਚਰਲ ਇੱਕ ਰਵਾਇਤ ਹੈ ਕਿ ਅਸੀਂ ਜਿਹਨਾਂ ਨੂੰ ਵੀ ਲੋਕ ਮੈਂਡੇਟ ਦਿੰਦੇ ਨੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਅੱਗੇ ਸਿਰ ਵਿੱਚ ਕਰਨੇ ਆ, ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ, ਸ਼ੁਭ ਇਛਾਵਾਂ ਵੀ ਦਿੰਦੇ ਹਾਂ। ਲੇਕਿਨ ਇਹਨਾਂ ਗੱਲਾਂ ਨਾਲ ਮੈਂ ਜਿਹੜੀਆਂ ਗੱਲਾਂ ਹੁਣ ਕਰ ਰਹੇ ਨੇ ਕਿ ਕੰਮ ਦਾ, ਦੇਖੋ ਕੰਮ ਦੀ ਜਿਹੜੀ ਗੱਲ ਹੈ, ਦਿੱਲੀ ਦੇ ਵਿੱਚ ਸ਼ੀਲਾ ਦੀਕਸ਼ਤ ਜੀ ਨੇ ਵੀ ਬਹੁਤ ਕੰਮ ਕੀਤਾ ਸੀਗਾ, ਲੇਕਿਨ ਉਹ ਤੋਂ ਬਾਅਦ ਕਾਂਗਰਸ ਆ ਰਹੀ। ਪੰਜਾਬ ਦੇ ਵਿੱਚ ਲੋਕ ਅੱਜ ਤੱਕ ਕਹਿ ਰਹੇ ਨੇ ਕਿ ਕੰਮ ਤਾਂ ਅਕਾਲੀਆਂ ਨੇ ਕੀਤੇ, ਕੋਈ ਨਹੀਂ ਇਹ ਕਹਿੰਦਾ ਹੈ ਕਿ ਅਕਾਲੀ ਦਲ ਦੀ ਪਰਫਾਰਮੈਂਸ ਜਿਹੜੀ ਸੀ, ਅਕਾਲੀ ਭਾਜਪਾ ਦੀ ਪਰਫਾਰਮੈਂਸ ਜਿਹੜੀ ਸੀ ਐਜ਼ ਗਵਰਨਮੈਂਟ, ਅੱਜ ਤੱਕ ਲੋਕੀ ਯਾਦ ਕਰ ਰਹੇ ਨੇ ਕਿ ਕੰਮ ਉਸ ਵੇਲੇ ਹੁੰਦੇ ਸੀ ਔਰ ਇਸ ਵੇਲੇ ਨਹੀਂ ਹੋ ਰਹੇ। ਲੇਕਿਨ ਇਲੈਕਸ਼ਨ ਦੇ ਵਿੱਚ ਕਈ ਵਾਰੀ ਕੋਈ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜਿਨ੍ਹਾਂ ਦਾ ਕਿ ਕੋਈ ਜਿਹੜੀਆਂ ਕਿ ਕਈ ਵਾਰੀ ਦੇਖਿਆ ਸੀ ਇਲੈਕਸ਼ਨ ਖਤਮ ਹੁੰਦੇ ਸਾਰੇ ਉਹ ਗੱਲ ਖਤਮ ਹੋ ਜਾਂਦੀ ਹੈ, ਲੇਕਿਨ ਬਾਅਦ ਲੋਕ ਪਛਤਾਉਂਦੇ ਰਹਿੰਦੇ, ਜਿਵੇਂ ਪੰਜਾਬ 'ਚ ਹੋਇਆ। ਲੋਕੀ ਅੱਜ ਜਿਹੜਾ ਹੈਗਾ ਲੋਕਾਂ ਨੂੰ ਇਹ ਸਾਫ਼ ਨਜ਼ਰ ਆ ਰਿਹਾ ਕਿ ਸਰਕਾਰ ਕੰਮ ਨਹੀਂ ਕਰ ਰਹੀ। ਸੋ ਉਹ ਇਹਨਾਂ ਫੈਕਟ ਆਪਾਂ ਡਿਟੇਲ 'ਚ ਗੱਲ ਕਰਾਂਗੇ, ਲੇਕਿਨ ਗੱਲ ਤਾਂ ਇਹ ਹੈ ਨਾ ਕਿ ਹੁਣ ਇਲੈਕਸ਼ਨ ਹੋ ਚੁੱਕੀ ਹੈ, ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ। ਆਮ ਆਦਮੀ ਪਾਰਟੀ ਜਿਸ ਏਜੰਡੇ ਨੂੰ ਲੈ ਕੇ ਚੱਲੀ ਸੀ, ਜਿਸ ਰਿਪੋਰਟ ਕਾਰਡ ਨੂੰ ਲੈ ਕੇ ਚੱਲੀ ਸੀ, ਉਸੇ ਰਿਪੋਰਟ ਕਾਰਡ ਨੂੰ ਵੋਟ ਪਈ ਹੈ। ਫਿਰ ਅਸੀਂ ਇਸ ਗੱਲ ਤੋਂ ਕਿਵੇਂ ਇਨਕਾਰ ਕਰ ਸਕਦੇ ਹਾਂ, ਮੁਨਕਰ ਹੋ ਸਕਦੇ ਹਾਂ ਕਿ ਇਹਨਾਂ ਨੇ ਜੋ ਕੰਮ ਕੀਤੇ ਉਹਨੂੰ ਵੋਟ ਨਹੀਂ ਪਈ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਇਹਨਾਂ ਨੇ ਕਹਿੰਦਾ ਕਿ ਇਹ ਮੈਂ ਕਹਿੰਦਾ ਕਿ ਵਿਕਾਸ ਜਾਂ ਕੰਮ ਕੋਈ ਮੁੱਦਾ ਨਹੀਂ ਹੈ ਕਿ ਵੋਟ ਲੋਕ ਪਾਉਂਦੇ। ਮੈਂ ਬਿਲਕੁਲ ਨਹੀਂ ਇਹ ਗੱਲ ਕਹੀ ਕਿ ਮੁੱਦਾ ਨਹੀਂ ਹੈ। ਮੈਂ ਕਿਹਾ ਬਹੁਤ ਵਾਰੀ ਇਦਾਂ ਹੁੰਦਾ ਕਿ ਵਿਕਾਸ ਤੁਸੀਂ ਬਹੁਤ ਕਰਦੇ ਆ, ਜਿਵੇਂ ਸ਼ੀਲਾ ਦੀਕਸ਼ਤ ਨੇ ਕੀਤਾ ਜੀ ਜੀ ਜੀ, ਜਾਂ ਪੰਜਾਬ 'ਚ ਅਸੀਂ ਕੀਤਾ। ਲੋਕੀ ਆਪ ਜਿਹੜੇ ਸਾਡੇ ਵਿਰੋਧੀ ਈਵਨ ਕਾਂਗਰਸ ਵਾਲੇ ਮੰਨਦੇ ਕਿ ਹਾਂ ਜੀ ਕੰਮ ਤਾਂ ਇਹਨਾਂ ਨੇ ਕੀਤਾ ਸੀਗਾ, ਲੇਕਿਨ ਅੰਦਰੋਂ ਦੀ ਹੱਸਦੇ ਪਏ, ਅਸੀਂ ਤਾਂ ਗੱਲ ਵਿਕਾਸ ਵੱਲ ਨੂੰ ਜਾਣ ਹੀ ਨਹੀਂ ਦਿੱਤੀ, ਹੋਰ ਪਾਸੇ ਗੱਲਾਂ ਪਾਤੀਆਂ। ਸੋ ਇਦਾਂ ਕਈ ਵਾਰੀ ਹੋ ਜਾਂਦਾ ਆ। ਮੈਂ ਕਹਿ ਰਿਹਾ ਇਹ ਨਹੀਂ ਇਹਦਾ ਮਤਲਬ ਹੈ ਕਿ ਵਿਕਾਸ ਤੁਸੀਂ ਕਰਨਾ, ਵਿਕਾਸ ਤਾਂ ਕਰ ਜਿਹੜੀ ਪਾਰਟੀ ਵੀ ਉਹਨੂੰ ਕਰਨਾ ਹੀ ਚਾਹੀਦਾ ਹੁੰਦਾ, ਉਹ ਤਾਂ ਕੋਈ ਕਿਸੇ ਤੇ ਆਸਾਨ ਨਹੀਂ ਕਰਦਾ। ਉਹ ਤਾਂ ਇਸ ਗੱਲ ਦਾ ਅਸਰ ਪੰਜਾਬ ਤੇ ਪਏਗਾ, ਹਾਂਜੀ ਪੰਜਾਬ ਤੇ ਪਏਗਾ ਇਸ ਦਾ ਅਸਰ। ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਉਹਨਾਂ ਦੀ ਹੈਗੀ, ਮੇਰੇ ਇੱਕ ਕੁਲੀਗ ਸਵੇਰੇ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਜਿੰਨਾ ਕਿ ਦਿੱਲੀ 'ਚ ਅਸਰ ਪਿਆ ਸਰਕਾਰ ਦਾ, ਇੰਨਾ ਕਿ ਦਿੱਲੀ ਦੀ ਸਰਕਾਰ ਦਾ ਪੰਜਾਬ 'ਚ ਵੀ ਅਸਰ ਪਊਗਾ, ਉੱਥੋਂ ਤੁਸੀਂ ਲਾ ਲਓ ਅੰਦਾਜ਼ਾ। ਚਲੋ ਮੈਂ 1 ਮਿੰਟ ਬਾਅਦ ਨਾਲ ਵਾਪਸ ਆਣਾ ਹੈ, ਜਸ ਲੱਕੀ ਸਾਹਿਬ ਨਾਲ ਗੱਲ ਕਰ ਲਈਏ। ਲੱਕੀ ਸਾਹਿਬ, ਤੁਹਾਡੀ ਪਾਰਟੀ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਇਸ ਗੱਲ ਤੋਂ ਦੁਖੀ ਨਹੀਂ ਹੈ ਕਿ ਉਹ ਹਾਰ ਗਏ, ਕਾਂਗਰਸ ਇਸ ਗੱਲ ਤੋਂ ਖੁਸ਼ ਹੈ ਕਿ ਬੀਜੇਪੀ ਨਹੀਂ ਜਿੱਤੀ। ਨਹੀਂ ਹਰਪ੍ਰੀਤ ਜੀ, ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਸਾਡੇ ਸਾਥੀ ਬੈਠੇ ਨੇ ਔਰ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰਸ਼ਿਪ ਹੈ ਉਹਨਾਂ ਨੂੰ ਮੈਂ ਪਹਿਲੇ ਦਿੱਲੀ ਦੀ ਸ਼ਾਨਦਾਰ ਜਿੱਤ ਵਾਸਤੇ ਵਧਾਈ ਦੇਣਾ ਚਾਹਾਂਗਾ ਕਿ ਉਹਨਾਂ ਨੇ ਉੱਥੇ ਇੱਕ ਸ਼ਾਨਦਾਰ ਨਤੀਜਾ ਉਹਨਾਂ ਦੀ ਪਾਰਟੀ ਨੇ ਦਿੱਤਾ ਹੈ। ਪਰ ਦੂਸਰੇ ਪਾਸੇ ਜਿਹੜੇ ਗੱਲ ਕਹਿ ਰਹੇ ਆ ਸਾਥੀ ਕਿ ਕਾਂਗਰਸ ਨੂੰ ਬੀਜੇਪੀ ਦੀ ਹਾਰ ਦੀ ਜ਼ਿਆਦਾ ਖੁਸ਼ੀ ਹੈ ਆਪਣੀ ਹਾਰ ਨਾਲੋਂ, ਮੈਂ ਸਮਝਦਾ ਕਿ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਇੰਟਰੋਸਪੈਕਸ਼ਨ ਕਾਂਗਰਸ ਪਾਰਟੀ ਆਪਣੀ ਇੰਟਰੋਸਪੈਕਸ਼ਨ ਕਰ ਰਹੀ ਹੈ। ਇਹ ਨਹੀਂ ਹੈ ਕਿ ਕਾਂਗਰਸ ਪਾਰਟੀ ਨੂੰ ਕੋਈ ਆਪਣੇ ਬੀਜੇਪੀ ਨਾਲ ਜ਼ਿਆਦਾ ਹੋਇਆ ਵੀ ਬੀਜੇਪੀ ਹਾਰ ਗਈ, ਚਲੋ ਅਸੀਂ ਕੋਈ ਨਹੀਂ ਜਿੱਤੇ, ਨਹੀਂ ਜਿੱਤੇ। ਕਾਂਗਰਸ ਦਾ ਬਹੁਤ ਵੱਡਾ ਵਰਚਸਵ ਰਿਹਾ ਦਿੱਲੀ ਦੇ ਵਿੱਚ, 3 ਵਾਰੀ ਲਗਾਤਾਰ ਸਰਕਾਰ ਸ਼ੀਲਾ ਦੀਕਸ਼ਤ ਜਦ ਸਾਡੇ ਲੀਡਰ ਸੀ ਉੱਥੇ ਕਾਂਗਰਸ ਦੀ ਬਣੀ ਸੀ। ਉਸ ਤੋਂ ਬਾਅਦ ਪਿਛਲੇ 6 ਸਾਲਾਂ 'ਚੋਂ ਆਮ ਆਦਮੀ ਪਾਰਟੀ ਜਿਹੜੀ ਉੱਥੇ ਉੱਭਰ ਕੇ ਆਈ ਔਰ ਉਹਨੇ ਉੱਥੇ ਆਪਣਾ ਸਰਕਾਰ ਬਣਾਈ। ਔਰ
ਕਾਂਗਰਸ ਨੇ ਤੁਸੀਂ ਦੇਖਿਆ, ਮੈਂ ਇੱਕ ਦਿੱਲੀ ਦੇ ਵਿੱਚ ਟ੍ਰੈਂਡ ਦੇਖਿਆ ਕਿ ਲੋਕ ਸਭਾ ਦੇ ਵਿੱਚ ਹੋਰ ਤਰ੍ਹਾਂ ਵੋਟ ਕਰ ਰਹੇ ਨੇ, ਜਿਹੜਾ ਐਮਸੀਡੀ ਹੈ ਉਹਦੇ ਵਿੱਚ ਹੋਰ ਤਰੀਕੇ ਨਾਲ ਵੋਟ ਕਰ ਰਹੇ ਆ, ਪਰ ਅਸੈਂਬਲੀ ਦੇ ਵਿੱਚ ਕਿਤੇ ਨਾ ਕਿਤੇ ਕੇਜਰੀਵਾਲ ਨੂੰ ਉਹਨਾਂ ਨੇ ਵੋਟ ਕੀਤਾ। ਔਰ ਇਹਦਾ ਰੀਜ਼ਨ ਮੈਂ ਇਹ ਵੀ ਸਮਝਦਾ ਕਿ ਕੇਜਰੀਵਾਲ ਜਿਹਨੇ ਬਹੁਤ ਵੱਡੀ ਉਡਾਰੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨੈਸ਼ਨਲ ਪੋਲਿਟਿਕਸ ਦੇ ਵਿੱਚ, ਔਰ ਜਦ ਉਹਨਾਂ ਦੀਆਂ ਜਗ੍ਹਾ ਜਗ੍ਹਾ ਜ਼ਮਾਨਤਾਂ ਜ਼ਬਤ ਹੋ ਗਈਆਂ, ਰਾਜਸਥਾਨ 'ਚ ਜ਼ਮਾਨਤਾਂ ਜ਼ਬਤ ਹੋ ਗਈਆਂ, ਪੰਜਾਬ 'ਚ ਉਹਨਾਂ ਦੇ ਬੁਰੇ ਨਤੀਜੇ ਆਏ, ਹੋਰ ਪਾਸੇ ਉਹਨਾਂ ਨੂੰ ਕਿਤੇ ਹਰਿਆਣੇ 'ਚ ਸਾਰੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਤਾਂ ਉਹਨੂੰ ਇਹ ਸਮਝ ਆ ਗਈ ਕਿ ਮੈਂ ਨੈਸ਼ਨਲ ਲੀਡਰ ਨਹੀਂ ਹਾਂ, ਮੈਂ ਇੱਕ ਸੂਬੇ ਦਾ ਲੀਡਰ ਹਾਂ, ਔਰ ਅਗਰ ਮੈਂ ਚਾਹਾਂਗਾ, ਔਰ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਵੀ ਸੀਗੀ, ਕਿਉਂਕਿ ਉਹਨਾਂ ਦੇ ਬਹੁਤ ਸਾਥੀ ਉਹਨਾਂ ਤੋਂ ਟੁੱਟਦੇ ਗਏ, ਚਾਹੇ ਯੋਗਿੰਦਰ ਯਾਦਵ ਟੁੱਟੇ, ਚਾਹੇ ਆਸ਼ੂਤੋਸ਼ ਉਹਨਾਂ ਦੇ ਟੁੱਟੇ, ਚਾਹੇ ਕੁਮਾਰ ਵਿਸ਼ਵਾਸ ਟੁੱਟੇ, ਚਾਹੇ ਜਿਹੜੇ ਆਪਣੇ ਵਕੀਲ ਸ਼ਾਂਤੀ ਭੂਸ਼ਣ ਜੀ, ਔਰ ਚਲੋ ਉਸ ਦੇ ਬਾਵਜੂਦ ਵੀ ਉਹ ਜਿੱਤ ਗਏ, ਇੱਕ ਕਰਕੇ ਉਹਨਾਂ ਦੇ ਸਾਥੀ ਉਹਨਾਂ ਤੋਂ ਛਿਟਕਦੇ ਗਏ। ਔਰ ਉਹਨਾਂ ਨੂੰ ਪਤਾ ਸੀਗਾ ਕਿ ਵੀ ਕੇਜਰੀਵਾਲ ਜਿਹੜਾ ਕਿਸੇ ਨੂੰ, ਔਰ ਪੰਜਾਬ ਦੇ ਵਿੱਚ ਕਿਉਂ ਇਹਨਾਂ ਦੀ ਪਾਰਟੀ ਅੱਗੇ ਨਹੀਂ ਆ ਰਹੀ, ਕਿਉਂਕਿ ਕੇਜਰੀਵਾਲ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਪੰਜਾਬ ਜਿਹੜਾ ਹੈ ਨਾ ਉਹ ਵੱਡਾ ਸੂਬਾ ਹੈ, ਉਹ ਦਿੱਲੀ ਨਾਲੋਂ ਕਈ ਗੁਣਾ ਵੱਡਾ ਸੂਬਾ ਹੈ, ਉਹਦੇ ਵਿੱਚ ਉਹਨਾਂ ਨੂੰ ਕੋਈ ਵੱਡਾ ਲੀਡਰ ਪ੍ਰੋਜੈਕਟ ਕਰਨਾ ਪਏਗਾ, ਔਰ ਕੱਲ ਨੂੰ ਉਹ ਵੱਡਾ ਲੀਡਰ ਐਡਾ ਵੱਡਾ ਨਾ ਹੋ ਜਾਏ ਕਿ ਉਹ ਕੇਜਰੀਵਾਲ ਤੋਂ ਹੀ ਵੱਡਾ ਹੋ ਜਾਏ। ਇਸ ਕਰਕੇ ਕੇਜਰੀਵਾਲ ਨੂੰ ਇਹ ਸਮਝ ਆ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਤੱਕ ਠੀਕ ਹੈ, ਇੱਥੇ ਤੱਕ ਟਿਕੇ ਰਹੋ, ਆਰ ਆਸੇ-ਪਾਸੇ ਜਾਣ ਦੀ ਲੋੜ ਨਹੀਂ, ਆਸੇ-ਪਾਸੇ ਜਾਵਾਂਗੇ ਤਾਂ ਨੁਕਸਾਨ ਹੀ ਹੋਏਗਾ। ਸੋ ਮੈਂ ਸਮਝਦਾ ਕਿ ਜਿੱਥੇ ਹੁਣ ਕਾਂਗਰਸ ਨੂੰ ਜਿਹੜੀ ਹਾਰ ਹੋਈ ਹੈ, ਇਹਦੇ ਵਿੱਚ ਕਾਂਗਰਸ ਨੂੰ ਬੜੀ ਸਮੀਖਿਆ ਕਰਨ ਦੀ ਲੋੜ ਹੈ। ਦਰਅਸਲ ਮੈਂ ਵੀ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਗਿਆ ਸੀ, ਉੱਥੇ ਦੇਖਿਆ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਹੈ ਲੋਕਲ ਲੈਵਲ ਦੀ, ਉੱਥੇ ਉਹ ਕਾਫੀ ਕਮਜ਼ੋਰ ਹੋ ਚੁੱਕੀ ਹੈ। ਉੱਥੇ ਉਹਨੂੰ ਨਵੇਂ ਤਰੀਕੇ ਨਾਲ ਦੁਬਾਰਾ ਸੁਚਾਰੂ ਢੰਗ ਨਾਲ ਚਲਾਉਣ ਦੀ ਲੋੜ ਹੈ। ਜਿਹੜੀ ਸ਼ੀਲਾ ਦੀਕਸ਼ਿਤ ਦੀ ਲੀਡਰਸ਼ਿਪ ਹੈ, ਉਹਦੀ ਕਮੀ ਉੱਥੇ ਖਲ ਰਹੀ ਹੈ। ਸਾਨੂੰ ਦਿੱਲੀ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਉੱਥੇ ਕ੍ਰੀਏਟ ਕਰਨ ਦੀ ਲੋੜ ਹੈ। ਔਰ ਤੁਸੀਂ ਪਿਛਲੇ ਇਲੈਕਸ਼ਨ ਦੇਖੇ, ਹੁਣ ਹਾਰਾਂ ਦੀ ਆਪਾਂ ਗੱਲ ਕਰ ਰਹੇ ਹਾਂ, ਕਈ ਸਟੇਟਾਂ 'ਚ 8-9 ਸਟੇਟਾਂ 'ਚ ਲਗਾਤਾਰ ਬੀਜੇਪੀ ਹਾਰਦੀ ਆ ਰਹੀ ਹੈ। ਪਿੱਛੇ ਤੁਸੀਂ ਕਰਨਾਟਕਾ ਤੋਂ ਸ਼ੁਰੂ ਹੋ ਜਾਓ, ਫਿਰ ਕਾਂਗਰਸ ਮੱਧ ਪ੍ਰਦੇਸ਼ ਜਿੱਤ ਗਈ, ਛੱਤੀਸਗੜ੍ਹ ਜਿੱਤ ਗਈ, ਰਾਜਸਥਾਨ ਜਿੱਤ ਗਈ, ਹੁਣ ਝਾਰਖੰਡ 'ਚ ਤੁਸੀਂ ਦੇਖੋ, ਮਹਾਰਾਸ਼ਟਰ 'ਚ ਵੀ ਕਾਂਗਰਸ, ਸ਼ਿਵ ਸੈਨਾ ਤੇ ਐਨਸੀਪੀ ਦੀ ਸਰਕਾਰ ਬਣ ਗਈ। ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਨਹੀਂ ਹੈ ਕਿ ਸਿਰਫ ਦਿੱਲੀ ਨਾਲ ਇਹ ਫੈਸਲਾ ਹੋ ਗਿਆ ਕਿ ਦਿੱਲੀ ਦੇ ਵਿੱਚ ਜੋ ਰਿਜ਼ਲਟ ਆ ਗਏ ਉਹ ਪੂਰੇ ਦੇਸ਼ ਦੇ ਰਿਜ਼ਲਟ ਆ। ਕਿਸੇ ਸਟੇਟ ਦੇ ਵਿੱਚ ਕੋਈ ਪਾਰਟੀ ਜਿੱਤੀ ਹੈ, ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਸਿਰਫ ਦਿੱਲੀ ਤੱਕ ਸੀਮਤ ਹੈ, ਹੋਰ ਕਿਧਰੇ ਉਹ ਜਾ ਨਹੀਂ ਸਕਦੀ। ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ ਕਿ ਅਗਲਾ ਮੋਰਚਾ ਸਾਡਾ ਪੰਜਾਬ ਦਾ ਹੈ, ਕਿਉਂਕਿ ਇੱਥੇ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਆਲਰੇਡੀ ਕੰਮ ਕਰ ਰਹੀ ਹੈ। ਫਿਰ ਤੁਸੀਂ ਸਿਰਫ ਉੱਥੇ ਤੱਕ ਹੀ ਸੀਮਤ, ਦਿੱਲੀ ਤੱਕ ਹੀ ਸੀਮਤ ਕਿਉਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਨੂੰ? ਹਰਪ੍ਰੀਤ ਜੀ, ਦਿਲ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ। ਪਹਿਲਾਂ ਵੀ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹ ਕਿਹੜਾ ਪਹਿਲੀ ਵਾਰੀ ਉੱਥੇ ਜਿੱਤੀ ਹੈ, ਪਹਿਲੀ ਵਾਰੀ ਇਹਨਾਂ ਦੀ 28 ਸੀਟਾਂ ਆਈਆਂ, ਫਿਰ ਇਹਨਾਂ ਦੀ 67 ਸੀਟਾਂ ਆਈਆਂ, ਹੁਣ ਫਿਰ 62 ਸੀਟਾਂ ਆਈਆਂ। ਤਿੰਨੋਂ ਵਾਰੀ ਤੋਂ ਬਾਅਦ ਇਹਨਾਂ ਨੇ ਕਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਲੜੇ ਜਾਂ ਪੰਜਾਬ ਦੇ ਵਿੱਚ ਕੋਸ਼ਿਸ਼ ਨਹੀਂ ਕੀਤੀ। ਮੈਂ ਤੁਹਾਨੂੰ ਦੱਸਿਆ ਪੰਜਾਬ ਦੇ ਵਿੱਚ ਇਹਨਾਂ ਦਾ ਸੰਗਠਨ ਨਹੀਂ ਹੈ। ਜਿਹੜੇ ਇਹਨਾਂ ਦੇ ਐਮਐਲਏ ਬਣੇ ਸੀ ਉਹ ਵੀ 2 ਫਾੜ ਹੋ ਗਏ, ਸੰਗਠਨ ਵੀ 2 ਪਾੜ ਹੋ ਗਿਆ। ਕਦੇ ਘੁੱਗੀ ਸਾਹਿਬ ਆ ਜਾਂਦੇ ਆ, ਕਦੇ ਕੋਈ ਹੋਰ ਆ ਜਾਂਦੇ ਆ, ਕਦੇ ਕੋਈ ਹੋਰ ਸਾਹਿਬ ਬਣ ਜਾਂਦੇ ਆ। ਇਹਨਾਂ ਦਾ ਆਪਸ ਦੇ ਵਿੱਚ ਇੱਥੇ ਤਾਲਮੇਲ ਹੀ ਹੈ ਨਹੀਂ, ਔਰ ਕੋਈ ਇਹੋ ਜਿਹਾ ਸਟਰੋਂਗ ਲੀਡਰਸ਼ਿਪ ਨਹੀਂ ਹੈ। ਪੰਜਾਬ ਦੇ ਵਿੱਚ ਇਹ ਕਿਉਂ ਕਾਮਯਾਬ ਨਹੀਂ ਹੋ ਸਕਦੇ? ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗਾ ਸਟਰੋਂਗ ਲੀਡਰ ਬੈਠਾ ਹੈ, ਜਿਹੜਾ ਇਹਨਾਂ ਨੂੰ ਅੱਗੇ ਵਧਣ ਨਹੀਂ ਦੇ ਰਿਹਾ, ਔਰ ਨਾ ਹੀ ਇਹਨਾਂ ਦੀ ਕੋਈ ਐਡੀ ਸਿਆਸੀ ਹੋਂਦ ਪੰਜਾਬ ਦੇ ਵਿੱਚ ਹੈਗੀ ਹੈ। ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਸਾਡੀਆਂ ਵੋਟਾਂ ਵੀ ਵੱਧ ਗਈਆਂ ਦਿੱਲੀ ਦੇ ਵਿੱਚ, ਹੋਰ ਇਲੈਕਸ਼ਨ ਹੋਏ, ਮੈਂਬਰ ਆਮ ਆਫ ਪਾਰਲੀਮੈਂਟ ਪਾਰਟੀ ਤਾਂ ਇਸ ਗੱਲ ਤੋਂ ਵੀ ਖੁਸ਼ ਹੈ ਕਿ ਕੈਪਟਨ ਸਾਹਿਬ ਗਏ ਨੇ ਉੱਥੇ, ਸਾਡੀਆਂ ਵੋਟਾਂ ਵਧਾ ਕੇ ਆ ਗਏ। ਚਲੋ ਮੈਂ ਕਹਿ ਰਿਹਾ ਨਾ, ਇਹ ਜਿਹੜੀ ਟੈਂਪਰੇਰੀ ਖੁਸ਼ੀ ਹੈ, ਖੁਸ਼ ਹੋ ਲੈਣ। ਦਿੱਲੀ ਦੇ ਵਿੱਚ ਤਾਂ ਅਸੀਂ ਪਹਿਲੇ ਹੀ ਤੁਹਾਨੂੰ ਕਿਹਾ ਕਿ ਦਿੱਲੀ ਦੇ ਵਿੱਚ ਇਹਨਾਂ ਨੇ ਜ਼ਰੂਰ, ਉੱਥੇ ਕੇਜਰੀਵਾਲ ਨੂੰ ਸਮਝ ਆ ਗਿਆ ਕਿ ਮੈਂ ਦਿੱਲੀ ਦਾ ਲੀਡਰ ਬਣ ਕੇ ਰਵਾਂ ਤੇ ਜ਼ਿਆਦਾ ਵਧੀਆ, ਉੱਥੇ ਰਵਾਂਗਾ ਤਾਂ ਠੀਕ ਰਵਾਂਗਾ, ਇੱਕ ਸੂਬੇ ਦਾ ਮੁੱਖ ਮੰਤਰੀ ਬਣਾ ਰਵਾਂਗਾ। ਜੇ ਮੈਂ ਆਪਣੇ ਪਰ ਫੜਾਉਣ ਦੀ ਕੋਸ਼ਿਸ਼ ਕਰਾਂਗਾ, ਅਲੱਗ-ਅਲੱਗ ਸੂਬਿਆਂ 'ਚ ਜਾਣ ਦੀ ਕੋਸ਼ਿਸ਼ ਕਰਾਂਗਾ, ਜਦ ਪਹਿਲੀ ਵਾਰੀ ਆਮ ਆਦਮੀ ਪਾਰਟੀ ਜਿੱਤੀ ਸੀ ਤਾਂ ਇਹਨਾਂ ਨੇ ਸਾਰੀਆਂ ਸਟੇਟਾਂ 'ਚ ਆਮ ਆਦਮੀ ਪਾਰਟੀ ਦੇ ਯੂਨਿਟ ਖੜੇ ਕਰ ਦਿੱਤੇ ਸੀਗੇ। ਇਹਨਾਂ ਨੇ ਜਗ੍ਹਾ-ਜਗ੍ਹਾ ਰਾਜਸਥਾਨ 'ਚ ਵੀ ਯੂਨਿਟ ਬਣਾਤਾ, ਉੱਤਰਾਖੰਡ 'ਚ ਵੀ ਬਣਾਤਾ, ਹਰਿਆਣੇ 'ਚ ਵੀ ਬਣਾਤਾ, ਪੰਜਾਬ 'ਚ ਵੀ ਬਣਾਤਾ, ਹੋਰ ਕੋਈ ਸੂਬਾ ਇਹੋ ਜਿਹਾ ਨਹੀਂ, ਬੰਗਾਲ ਤੱਕ ਵੀ ਬਣਾਤਾ। ਤੇ ਨਤੀਜਾ ਕੀ ਹੋਇਆ? ਮੱਧ ਪ੍ਰਦੇਸ਼ 'ਚ ਵੀ ਇਲੈਕਸ਼ਨ ਲੜੇ, ਸਾਰੀ ਜਗ੍ਹਾ ਲੜੇ, ਸਾਰੀ ਜਗ੍ਹਾ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਕਿਉਂਕਿ ਇਹ ਇਦਾਂ ਨਹੀਂ ਹੈ ਕਿ ਕੇਜਰੀਵਾਲ ਕੋਈ ਐਸਾ ਸੁਪਰ ਨੈਸ਼ਨਲ ਲੀਡਰ ਆ ਗਿਆ ਵੀ ਉਹਦੀ ਹਵਾ ਦੇ ਨਾਲ ਪੂਰਾ ਦੇਸ਼ 'ਚ ਹੁੰਜਾ ਫਰ। ਉਹਦੇ ਵਾਸਤੇ ਇੱਕ ਸੰਗਠਨ ਵੀ ਚਾਹੀਦਾ, ਇੱਕ ਸੋਚ ਵੀ ਚਾਹੀਦੀ ਹੈ। ਦਿੱਲੀ ਦੇ ਵਿੱਚ ਮੈਂ ਇੱਕ ਮਿੰਟ ਆਇਆ ਵਾਪਸ ਥੋੜਾ ਜਿਹਾ ਇਹਨਾਂ ਨੇ ਉਸ ਤਰੀਕੇ ਨਾਲ ਆਪਣੇ ਸੰਗਠਨ ਨੂੰ ਸਾਹਿਬ ਆਣਾ, ਇੱਕ ਮਿੰਟ ਵਾਪਸ। ਔਰ ਮੈਂ ਸਮਝਦਾ ਜਿਹੜਾ ਕਾਂਗਰਸ ਦਾ ਵੋਟ ਬੈਂਕ ਹੈ, ਉਹ ਜਿਹੜਾ ਕਿਤੇ ਨਾ ਕਿਤੇ ਕਾਂਗਰਸ ਦਾ ਵੋਟ ਬੈਂਕ ਸੀ, ਉਹ ਟ੍ਰਾਂਸਫਰ ਹੋਇਆ। ਠੀਕ ਹੈ, ਮੈਂ ਵਾਪਸ ਤੁਹਾਡੇ ਕੋਲ ਆਉਣਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਦੋਵੇਂ ਚੀਜ਼ਾਂ ਨੇ ਜਿਹੜੀ ਦਿੱਲੀ ਦੇ ਨਤੀਜੇ ਨੇ, ਉਹਨਾਂ ਨਤੀਜਿਆਂ ਤੋਂ ਕਿੰਨਾ ਕੁ ਪ੍ਰਭਾਵਿਤ, ਖਾਲੀ ਪੰਜਾਬ ਦੀ ਗੱਲ ਨਹੀਂ ਕਰਦਾ, ਹੋਰਨਾਂ ਸੂਬਿਆਂ ਦੇ ਵਿੱਚ ਇਸ ਦਾ ਅਸਰ ਪਊਗਾ? ਕਿਉਂਕਿ ਬੜੇ ਸਾਰੇ ਲੋਕ ਇਹ ਕਹਿੰਦੇ ਨੇ ਕਿ ਇਹ ਇੱਕ ਮਾਡਲ ਤਿਆਰ ਹੋ ਗਿਆ, ਇਹ ਨਤੀਜਿਆਂ ਦਾ ਮਾਡਲ ਤਿਆਰ ਕਰ ਦਿੱਤਾ ਕਿ ਵੋਟ ਜਿਹੜੀ ਪੈਣੀ ਹੈ ਉਹ ਕੰਮਾਂ ਨੂੰ ਪੈਣੀ। ਦੇਖੋ, ਇਹ ਤੇ ਗੱਲ ਸ਼ੁਰੂ ਹੋ ਗਈ ਹੈ। ਪਹਿਲਾਂ ਤੇ ਅਸੀਂ ਗੁਜਰਾਤ ਮਾਡਲ ਭੁਗਤ ਰਹੇ ਸੀਗੇ, ਹੁਣ ਇਹ ਕੇਜਰੀਵਾਲ ਮਾਡਲ ਆ ਗਿਆ ਆ। ਗੁਜਰਾਤ ਮਾਡਲ ਦਾ ਜਿਹੜਾ ਵੱਡਾ ਹਿੱਸਾ ਹੁਣ ਉਹ ਬਹੁਤਾ ਉਹਦਾ ਤਜਰਬਾ ਯੂਪੀ 'ਚ ਹੋ ਰਿਹਾ ਵੱਡੇ ਪੱਧਰ ਤੇ।
ਜਿਹੜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੈ 600 ਸਟੂਡੈਂਟਸ ਤੇ FIR ਦਰਜ ਹੋ ਗਈ ਹੈ। ਜਿੱਥੇ ਵੀ ਮੁਜ਼ਾਹਰਾ ਹੁੰਦਾ ਉੱਥੇ ਹੀ ਜਿਹੜਾ ਐਂਟੀ ਨੈਸ਼ਨਲ ਕਰਾਰ ਕਰਕੇ ਤੇ ਉਹ ਜਿਹੜੇ ਕੇਸਾਂ ਦੇ ਵਿੱਚ ਬੰਦਿਆਂ ਨੂੰ ਤੇ ਪ੍ਰਾਪਰਟੀਆਂ ਜ਼ਬਤ ਕਰਨ ਦਾ ਮਤਲਬ ਇਹ ਇੱਕ ਤੇ ਉਹ ਐਕਸਪੈਰੀਮੈਂਟ ਅਜੇ ਨਹੀਂ ਹੋਇਆ ਪੂਰਾ, ਇਹ ਨਵਾਂ ਸਾਡੇ ਜ਼ਰੂਰ ਹੋਇਆ ਆ। ਦੇਖੋ ਜੇ ਤੁਸੀਂ ਇਹ ਸਮਝੋ ਕਿ ਕੇਜਰੀਵਾਲ ਦਾ ਸਿਰਫ ਤੇ ਸਿਰਫ ਵਿਕਾਸ ਕਰਕੇ ਵਿਕਾਸ ਉੱਥੇ ਆ, ਉਹਨਾਂ ਨੇ ਦੇਖੋ ਬੜੇ ਵਧੀਆ ਢੰਗ ਨਾਲ, ਇਹਦੇ 'ਚ ਕੋਈ ਗੱਲ ਨਹੀਂ ਹੈਗੀ। ਕੇਜਰੀਵਾਲ ਦਾ ਮਾਈਂਡ ਜਿਹੜਾ ਬੜਾ ਪੋਲੀਟੀਕਲ ਮਾਈਂਡ ਹੈ ਔਰ ਉਹ ਬਿਲਕੁਲ ਮੱਛੀ ਦੀ ਅੱਖ ਤੇ ਧਿਆਨ ਰੱਖਦੇ ਆ ਬੜੇ, ਇਸ ਗੱਲੋਂ ਤੇ ਉਹਨਾਂ ਨੂੰ ਦਾਦ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਬਾਕੀ ਪਾਰਟੀਆਂ ਨਾਲੋਂ ਆਪਣੇ ਵੋਟਰ ਨੂੰ ਕਿਵੇਂ ਖੁਸ਼ ਕਰਕੇ ਤੇ ਵੋਟਾਂ ਭਗਤਾਉਣ ਤੱਕ ਉਹਨਾਂ ਨੇ ਐਨ ਕੋਈ ਡਾਮਾਡੋਲਤਾ ਨਹੀਂ ਦਿਖਾ ਲਈ ਔਰ ਉਹਦੇ 'ਚ ਕਲੀਅਰ ਵਿਜ਼ਨ ਉਹਨਾਂ ਦਾ ਉਹ ਸੀਗਾ ਔਰ ਉਹਦੇ 'ਚ ਉਹ ਕਾਮਯਾਬ ਰਹੇ ਆ। ਪਰ ਨਾਲ ਹੀ ਨਾਲ ਜਿਹੜੇ ਦਿੱਲੀ ਦੇ ਹਾਲਾਤ, ਬੀਜੇਪੀ ਨੇ ਉਹਨਾਂ ਦਾ ਕੰਮ ਸੌਖਾ ਕਰਤਾ। ਹੋਰ ਇਹ ਵੀ ਇਹਨਾਂ ਦੀ ਰੱਬੋਂ ਬੜੀ ਵੱਡੀ ਇਹਨਾਂ ਦੀ ਕੰਟਰੀਬਿਊਸ਼ਨ ਹੈ, ਗੋਲੀਆਂ ਮਾਰੋ ਤੇ ਉਹ ਕਰੋ ਤੇ ਕਿਹੋ ਜਿਹੀ ਤੇ ਬਿਜਲੀ ਲੱਗੂਗੀ ਸ਼ਹੀਨ ਬਾਗ ਦੇ ਵਿੱਚ, ਤੇ ਨਾਲ ਹੀ ਉਹ ਯੂਨੀਵਰਸਿਟੀ ਦੇ ਬੱਚੇ ਉੱਥੇ ਦੇਖੋ ਯੂਨੀਵਰਸਿਟੀ ਦਾ ਜਿਹੜਾ ਬਹੁਤ ਵੱਡਾ ਰੈਪੂਟੇਸ਼ਨ ਹੈ ਆਲ ਇੰਡੀਆ ਲੈਵਲ ਤੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ, ਦਿਨ ਦਿਹਾੜੇ ਉਹਨਾਂ ਦੀ ਪ੍ਰਧਾਨ ਨੂੰ ਲਹੂ ਲਹਾਨ ਕਰਤਾ ਤੇ ਕਿਸੇ ਬੰਦੇ ਨੂੰ ਫੜਿਆ ਨਹੀਂ ਦੇ ਔਰ ਮਤਲਬ ਕਿਤੇ ਹੋਮ ਮਿਨਿਸਟਰ ਨੇ ਕੰਡੈਮਨੇਸ਼ਨ ਨਹੀਂ ਕੀਤੀ ਕਿ ਬੜੀ ਮਾੜੀ ਗੱਲ ਹੋਈ ਹੈ। ਇਸ ਕਰਕੇ ਜੋ ਦਿੱਲੀ ਦੇ ਵਿੱਚ ਵੱਡਾ ਅਖਾੜਾ ਪਖਾਤਾ ਸੀਗਾ ਵਾਇਲੈਂਸ ਦਾ, ਮਤਲਬ ਸਰਕਾਰ ਵੱਲੋਂ ਮੈਂ ਕਹੂੰਗਾ ਕਿ ਜਿਹਦੇ ਵਿੱਚ ਜਦੋਂ ਖੁਦ ਹੀ ਮਿਨਿਸਟਰ ਇਹ ਗੱਲਾਂ ਕਹਿਣ ਕਿ ਤੁਸੀਂ ਗੋਲੀ ਮਾਰੋ ਜਾਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਕਿ ਘਰਾਂ 'ਚ ਰੇਪ ਹੋ ਜਾਣਗੇ, ਮਰਡਰ ਹੋ ਜਾਣਗੇ, ਸ਼ਹੀਨ ਬਾਗ ਪਾਕਿਸਤਾਨ ਦੀਆਂ ਗੱਲਾਂ, ਕਈ ਕੁਛ ਇਹੋ ਜਿਹੀਆਂ ਗੱਲਾਂ ਹੋਈਆਂ, ਉਸ ਨੇ ਇੱਕ ਇਹੋ ਜਿਹਾ ਇੰਪ੍ਰੈਸ਼ਨ ਦੇ ਦਿੱਤਾ ਕਿ ਇਹ ਪਾਰਟੀ ਕਰਨਾ ਕੀ ਚਾਹੁੰਦੀ ਹੈ, ਇਹ ਤੇ ਸ਼ਾਇਦ ਦਿੱਲੀ ਨੂੰ ਅੱਗ ਲਵਾਉਣਾ ਚਾਹੁੰਦੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਇੱਕ ਵੱਡਾ ਸੈਕਸ਼ਨ ਹਿੰਦੂਆਂ ਦਾ ਇਹਨਾਂ ਨੇ ਆਪਣੇ ਨਾਲੋਂ ਤੋੜ ਕੇ ਕੇਜਰੀਵਾਲ ਦੇ ਪੱਲੇ ਪਾਤਾ। ਕੇਜਰੀਵਾਲ ਨੇ ਇਸ ਗੱਲ ਦੀ ਦੇਖੋ ਕਿੰਨੀ ਦੇਰ ਪਹਿਲਾਂ ਐਸਟੀਮੇਸ਼ਨ ਲਾ ਲਿਆ ਸੀ ਕਿ ਉਹਨਾਂ ਨੇ ਹਿੰਦੂ ਪਿੱਚ ਤੇ ਹੀ ਖੇਡਣਾ, ਬਾਕੀ ਉਹਨੂੰ ਆਪੇ ਆ ਜਾਣਾ। ਉਹਨੂੰ ਪਤਾ ਲੱਗ ਗਿਆ ਸੀ ਵੀ ਜਿੱਧਰ ਨੂੰ ਇਹ ਜਾ ਰਹੇ ਆ, ਬਾਕੀ ਜਿਹੜੀਆਂ ਘੱਟ ਗਿਣਤੀਆਂ ਭਾਵੇਂ ਉਹ ਸਿੱਖ ਘੱਟ ਗਿਣਤੀ ਆ ਉਹ ਵੀ ਦੇਖੋ ਉਹਨਾਂ ਨੇ ਕੁਦਰਤੀ ਇਹਨਾਂ ਦੇ ਪੱਲੇ ਪਾ ਹੀ ਦਿੱਤੀ ਨਾ ਅਕਾਲੀਆਂ ਨੂੰ ਬਾਹਰ ਕਰਕੇ। ਹੁਣ ਜੋ ਮਰਜ਼ੀ ਆਪਸ ਵਿੱਚ ਪੈਚ ਅਪ ਮਿੱਠੀਆਂ ਗੱਲਾਂ ਬਹਿਸਾ ਪੂਰੀ ਗੱਲ ਨਹੀਂ ਕਰਨਾ ਚਾਹੁੰਦੇ, ਉਹ ਗੱਲ ਮੈਂ ਕਰ ਦਿੰਦਾ ਆ ਕਿ ਗੱਲ ਜੋ ਵੀ ਹੋਇਆ ਇੱਕ ਮੈਸੇਜ ਇਹ ਗਿਆ ਕਿ ਇਹ ਘੱਟ ਗਿਣਤੀਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਇੱਕ ਪਾਰਟੀ ਸੀ ਮਜ਼ਬੂਤ ਜਿਹੜੀ ਘੱਟ ਗਿਣਤੀ ਦੀ ਰਹਿਨੁਮਾਈ ਕਰਦੀ ਸੀ ਇਹਨਾਂ ਦੇ ਗੱਠਜੋੜ ਦੇ ਵਿੱਚ। ਬਿਲਕੁਲ ਉਸ ਨੂੰ ਵੀ ਕੀਤਾ, ਸਾਰੇ ਮੁਸਲਮਾਨ ਸਮੁਦਾਇ ਨੂੰ ਕੀਤਾ, ਲੈਫਟਾਂ ਨੂੰ ਵੀ ਜਿੰਨੇ ਕੁ ਵੀ ਜਿਹੋ ਜਿਹਾ ਵੀ ਸੀ ਇੱਕ ਉਹ ਬਹਾਨਾ ਉਹਨਾਂ ਤੇ ਵੀ ਅਟੈਕ ਕਰਕੇ ਉਸ ਕਿਸਮ ਦਾ ਵੀ ਕੀਤਾ। ਇੱਕ ਵੱਡਾ ਮੈਸੇਜ ਇਸ ਕਿਸਮ ਦਾ ਚਲੇ ਗਿਆ ਕਿ ਇਹ ਪਾਰਟੀ ਧੱਕਾਕਾਰੀ, ਤੁਹਾਨੂੰ ਪਤਾ ਅਕਾਲੀਆਂ ਦਾ ਵੀ ਵਿਕਾਸ ਦੇ ਉੱਤੇ ਲੋਕਾਂ ਨੂੰ ਉਹ ਚਿੰਤਾ ਨਹੀਂ ਸੀ ਇੰਨੀ, ਜਿਹੜੀ ਉਹ ਜਿੰਨਾ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਧੱਕਾ ਕਰਦੇ ਆ। ਜਿਹੜੀ ਕਾਂਗਰਸ ਨੂੰ ਇੰਨੀ ਵੱਡੀ ਜਿੱਤ ਹੋਈ ਸੀ ਉਹ ਧੱਕੇ ਦੀ ਜ਼ਿਆਦਾ ਸ਼ਿਕਾਇਤ ਸੀ। ਇਸ ਵੇਲੇ ਉਹੀ ਪੋਜੀਸ਼ਨ ਜਿਹੜੀ ਹੈ ਦਿੱਲੀ ਦੇ ਵਿੱਚ ਉਹ ਬੀਜੇਪੀ ਨੇ ਲੈ ਲਈ, ਜਿਹੜੀ ਧੱਕੇ ਵਾਲੀ ਗੱਲ ਆਈ। ਉਦੋਂ ਇਲਾਵਾ ਤੁਸੀਂ ਦੇਖੋ ਕਿ ਇੱਥੋਂ ਤੱਕ ਧੱਕਾ ਇਹ ਗੱਲ ਕਰਨੀ ਨਹੀਂ ਸੀ ਚਾਹੀਦੀ ਕਿ ਜਿਹੜਾ ਗੁਰੂ ਰਵਿਦਾਸ ਦਾ ਇਹਨਾਂ ਨੂੰ ਕੀ ਲੈਣ ਦੀ ਸੀ ਜ਼ਮੀਨ ਦੀ ਲੋੜ ਉੱਥੇ। ਉਹ ਗੁਰੂ ਰਵਿਦਾਸ ਦੀ ਜਿਹੜੀ ਜ਼ਮੀਨ ਲਈ ਉਹ ਦਲਿਤ ਇੱਥੋਂ ਬੱਸਾਂ ਭਰ ਕੇ ਗਏ, ਪਤਾ ਹੈ ਇਹਨਾਂ ਨੂੰ। ਉਸ ਕਰਕੇ ਜਿਹੜਾ ਜਿੱਥੇ ਕੇਜਰੀਵਾਲ ਆਪਣੀ ਅੱਖ ਰੱਖੀ ਜਿਹੜੇ ਗਰੀਬਾਂ ਦੇ ਉੱਤੇ, ਦਲਿਤਾਂ ਦੇ ਉੱਤੇ, ਹੋਰਨਾਂ ਸਾਰਿਆਂ ਤੇ, ਘੱਟ ਗਿਣਤੀਆਂ ਤੇ ਉਹਨੇ ਅੱਖ ਰੱਖੀ, ਇੱਥੋਂ ਤੱਕ ਅੱਖ ਰੱਖੀ। ਇਹ ਦੇਖੋ ਕਿਵੇਂ ਇਨਸ਼ੋਰ ਕੀਤਾ ਕਿ ਵੋਟ ਹਿੰਦੂ ਦੀ ਪਿੱਚ ਨਹੀਂ ਛੱਡਣੀ ਕਦੀ ਵੀ, ਹੋਰ ਜੋ ਮਰਜ਼ੀ ਹੋਵੇ। ਜਿਹੜੀ ਇਹ ਛਡਾਉਣੀ ਚਾਹੁੰਦੇ ਸੀ ਉਹਨਾਂ ਨੇ ਧਾਰਾ 370 ਨੂੰ ਹਟਾਉਣ ਦੀ ਵੀ ਸਪੋਰਟ ਕਰਤੀ ਤਾਂ ਕਿ ਮੈਂ ਹਿੰਦੂ ਲੌਬੀ 'ਚ ਹੀ ਰਹਾਂ, ਹਿੰਦੂ ਲੌਬੀ 'ਚ ਹੀ ਰਹਾਂ। ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਪੰਜਾਬ ਤੇ ਪ੍ਰਭਾਵ ਕਿੱਦਾਂ ਪਊਗਾ, ਉਹ ਮੈਂ ਲਾਸਟ ਗੱਲ ਜ਼ਰੂਰ ਕਹਿਣੀ ਚਾਹੁੰਦਾ। ਜੀ ਪੰਜਾਬ ਸਾਰੇ ਨੇ ਇਨਕਲੂਡਿੰਗ ਅਕਾਲੀ ਦਲ ਭਾਵੇਂ ਦੱਬੀ ਜ਼ਬਾਨ ਭਾਵੇਂ ਲੰਗੜੀ ਮਤਲਬ ਢੰਗ ਨਾਲ ਹੀ ਕੀਤਾ, ਇਹਨਾਂ ਨੇ ਵੀ ਧਾਰਾ 370 ਦਾ ਵਿਰੋਧ ਕੀਤਾ। ਪੰਜਾਬ ਦੇ ਵਿੱਚ ਵੱਡੇ ਪ੍ਰੋਟੈਸਟ ਹੋਏ ਆ, ਉਹ ਇੱਕ ਸਾਡਾ ਲਿਟਮਸ ਟੈਸਟ ਸੀਗਾ। ਜੇ ਕੇਜਰੀਵਾਲ ਏਡਾ ਵੱਡਾ ਲੀਡਰ ਜਿਹੜਾ ਮੁੱਖ ਲੀਡਰ ਆ ਉਹ ਇਸ ਗੱਲ ਨੂੰ ਹਟਾਉਣ ਦੇ ਸਪੋਰਟ ਕਰ ਰਿਹਾ ਤੇ ਇੱਥੇ ਕਿਵੇਂ ਐਂਟਰੀ ਵੱਜੂਗੀ। ਇਸ ਕਰਕੇ ਇਹੋ ਜਿਹੀਆਂ ਕਈ ਗੱਲਾਂ ਆ ਜਿਹੜੀਆਂ ਉਹਨਾਂ ਨੂੰ ਪਹਿਲਾਂ ਪਾਣੀਆਂ ਦਾ ਮਾਮਲਾ ਕੱਲ ਨੂੰ ਆਊਗਾ, ਉੱਥੇ ਕੀ ਸਟੈਂਡ ਹੋਊਗਾ ਉਹ ਹਰਿਆਣੇ ਦੀ ਜਾਂ ਹੋਰ ਪਾਰਟੀ। ਇਸ ਕਰਕੇ ਕਈ ਇਹੋ ਜਿਹੇ ਮੁੱਦੇ ਹੋਣਗੇ ਜਿਨ੍ਹਾਂ ਨੂੰ ਇਹਨਾਂ ਨੂੰ ਕਨਫਰੰਟ ਕਰਨਾ ਪਊਗਾ। ਪਰ ਅੱਜ ਇਹਨਾਂ ਲਈ ਖੁਸ਼ੀ ਦਾ ਦਿਨ ਹੈ, ਸਾਡੇ ਵੱਲੋਂ ਲੱਖ ਵਧਾਈ, ਜੀਂਦੇ ਰਹਿਣ, ਵੱਧਦੇ ਫੁੱਲਦੇ ਰਹਿਣ, ਅਸੀਂ ਇਹ ਗੱਲ ਕਹੀ। ਹਾਂਜੀ ਗਰੇਵਾਲ ਸਾਹਿਬ ਤੁਸੀਂ ਕੁਝ ਕਹਿਣਾ ਚਾਹਦੇ ਹੋ? ਨਾਲ ਹੀ ਮੈਂ ਐਡ ਆਨ ਕਰਨਾ ਚਾਹਣਾ, ਇਹ ਤੁਹਾਨੂੰ ਨਹੀਂ ਲੱਗਦਾ ਕਿ ਇਹ ਪੱਤਾ ਪੁੱਠਾ ਪੈ ਗਿਆ? ਜਿਸ ਪੱਤੇ ਨੂੰ ਖੇਡਣ ਦੀ ਤਾਕ ਦੇ ਵਿੱਚ ਸੀ ਬੀਜੇਪੀ, ਸ਼ਹੀਨ ਬਾਗ ਦਾ ਮੁੱਦਾ, ਸੀਏ ਦਾ ਮੁੱਦਾ, ਉਹ ਤੁਹਾਡੇ ਤੇ ਹੀ ਪੁੱਠਾ ਪੈ ਗਿਆ। ਅਸੀਂ ਪਿਛਲੀ ਵਾਰ ਵੀ ਤਾਂ ਦਿੱਲੀ ਹਾਰੇ ਸੀ, ਉਦੋਂ ਕੀ ਇਹ ਪੱਤਾ ਪੁੱਠਾ ਪਿਆ ਸੀ? ਐਸੀ ਕੋਈ ਗੱਲ ਨਹੀਂ, ਲੋਕ ਸਭਾ ਵੀ ਜਿੱਤੇ ਆ, ਫਿਰ ਅਗਲੀਆਂ ਲੋਕ ਸਭਾ ਅਸੀਂ ਜਿੱਤਣੀਆਂ ਨੇ, ਫਿਰ ਅਗਲੀਆਂ ਜਿੱਤਣੀਆਂ ਨੇ। ਮੈਂ ਇੱਥੋਂ ਦਾਅਵੇ ਨਾਲ ਕਹਿਣਾ
ਔਰ ਇਹ ਉਦੋਂ ਵੀ ਸਾਡੇ ਖਿਲਾਫ ਬੋਲਦੇ ਸੀ। ਔਰ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਦਰਸ਼ਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਵਿਦਵਾਨ ਲੋਕ ਬੋਲਦੇ ਆ ਨਾ, ਇਹ ਬਾਇਸਡ ਹੋ ਕੇ ਬੋਲਦੇ ਆ, ਇਹਨਾਂ ਦਾ ਆਂਕਲਨ ਜ਼ਰੂਰ ਕਰ ਲਿਆ ਕਰਨ। ਆ ਹੁਣ ਜਿਹੜੀ ਕੋਰਟ ਦੀ ਗੱਲ ਕੀਤੀ ਹੈ ਕਿ ਰਵਿਦਾਸ ਜੀ ਦੇ ਉੱਥੇ ਜਗ੍ਹਾ ਲੈ ਲਈ, ਉਹ ਸੁਪਰੀਮ ਕੋਰਟ ਦੇ ਅੰਦਰ ਇਹ ਲੋਕ ਖੁਦ ਗਏ ਨੇ, ਇਹਨਾਂ ਦੀ ਆਪਣੀ ਪਾਰਟੀਬਾਜ਼ੀ ਸੀ, ਦਲਿਤ ਸਮਾਜ ਦੇ ਹੀ ਲੋਕ ਗਏ ਨੇ। ਔਰ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਦਾ ਫੈਸਲਾ ਤੇ ਸਾਡੀ ਸਰਕਾਰ ਨੇ ਤਾਂ ਉਹ ਦੁਬਾਰਾ ਬਣਾਉਣ ਦੇ ਲਈ ਕਿਹਾ ਹੈਗਾ ਕਿ ਅਸੀਂ ਬਣਾ ਕੇ ਦਿੰਨੇ ਆ। ਇਹ ਉਹ ਗੱਲਾਂ ਨਹੀਂ ਦੱਸਦੇ, ਦੂਸਰੀਆਂ ਗੱਲਾਂ ਕਰਨ ਲੱਗ ਜਾਂਦੇ ਆ। ਇਹ ਜਾਣ ਬੁੱਝ ਕੇ ਕੋਈ ਗੱਲ ਨਹੀਂ। 70 ਏਕੜ ਜ਼ਮੀਨ ਸੀ ਉਹਨਾਂ ਦੀ, ਮੈਂ ਵੇਚਣ ਉਹ ਯਾਰ ਮੈਨੂੰ ਪਤਾ ਤੁਸੀਂ ਇਨਵੋਲਵ, ਤੁਸੀਂ ਬੀਜੇਪੀ ਦੇ ਖਿਲਾਫ ਬੋਲਣਾ ਹੁੰਦਾ, ਕਮਿਊਨਿਸਟ ਹੈਗੇ ਦਲਤਾਂ ਦੇ ਹੱਕ 'ਚ ਬੋਲਦਾ, ਹਾਂ, ਜਾਂ ਪਾਕਿਸਤਾਨ ਦੇ ਹੱਕ 'ਚ ਬੋਲਣਾ। ਔਰ ਪੰਜਾਬ ਦੇ ਅੰਦਰ ਹੁਣ ਇਹਨਾਂ ਨੇ ਇੱਕ ਹੋਰ ਪ੍ਰਯੋਗ ਸ਼ੁਰੂ ਕੀਤਾ, ਉਹ ਵੀ ਮੈਂ ਦੱਸ ਦਿੰਦਾ, ਪੰਜਾਬ ਦੀ ਜਨਤਾ ਨੂੰ ਦੱਸ ਰਿਹਾ। ਜਿਸ ਤਰ੍ਹਾਂ ਸ਼ਾਹੀਨ ਬਾਗ ਦੇ ਅੰਦਰ ਕੀਤਾ, ਉਹੀ ਪ੍ਰਯੋਗ ਪੰਜਾਬ 'ਚ ਸੜਕਾਂ ਤੇ ਕਰਨ ਵਾਲੇ ਆ, ਔਰ ਇਹ ਬੁਰੀ ਤਰ੍ਹਾਂ ਪਸਤ ਹੋਣਗੇ। ਔਰ ਹੁਣ ਅਕਾਲੀ ਦਲ ਔਰ ਭਾਜਪਾ ਇਹਨਾਂ ਦੇ ਖਿਲਾਫ ਸੜਕਾਂ ਤੇ ਅਸੀਂ ਉਤਰਾਂਗੇ, ਇਹਨਾਂ ਨੂੰ ਐਕਸਪੋਜ਼ ਕਰਾਂਗੇ ਪੰਜਾਬ ਦੀ ਜਨਤਾ ਦੇ ਸਾਹਮਣੇ ਕਿ ਇਹਨਾਂ ਵਿਦਵਾਨਾਂ ਤੋਂ ਬਚਣ। ਗਰੇਵਾਲ ਸਾਹਿਬ, ਇਸ ਚੀਜ਼ ਨੂੰ ਇਹ ਕਸੌਟੀ ਵਜੋਂ ਕਿਉਂ ਦੇਖ ਰਹੇ ਆ ਕਿ ਸ਼ਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ, ਉਸ ਗੱਲ ਦਾ ਖਮਿਆਜ਼ਾ ਬੀਜੇਪੀ ਨੂੰ ਭੁਗਤਣਾ ਪਿਆ? ਤੁਸੀਂ ਕਹਿ ਰਹੇ ਹੋ ਕਿ ਉਸ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਹਾਰ ਦਾ ਕਾਰਨ ਸ਼ਹੀਨ ਬਾਗ ਮੰਨਿਆ ਜਾ ਰਿਹਾ? ਨਹੀਂ ਨਹੀਂ, ਐਸਾ ਕੁਝ ਨਹੀਂ, ਬਹੁਤ ਸਾਰੇ ਕਾਰਨ ਨੇ। ਜਿਹੜਾ ਮੈਂ ਦੱਸਿਆ ਮੇਨ ਕਾਰਨ ਉਹ ਆ। ਔਰ ਅਗਲੀ ਵਾਰ ਤੁਸੀਂ ਦੇਖਣਾ, ਅਸੀਂ ਤਿਆਰੀ ਕਰਕੇ ਉਤਰਾਂਗੇ ਔਰ ਲੋਕ ਸਭਾ ਵੀ ਅਸੀਂ ਉੱਥੋਂ ਇਸੇ ਤਰ੍ਹਾਂ ਫੇਰ ਜਿੱਤਾਂਗੇ। ਸਾਡੇ ਕੋਲ ਬਹੁਤ ਮਜ਼ਬੂਤ ਲੀਡਰਸ਼ਿਪ ਆ ਔਰ ਸਟੇਟ ਲੀਡਰਸ਼ਿਪ ਵੀ ਅਸੀਂ ਉਸੇ ਤਰ੍ਹਾਂ ਦੀ ਡਿਵੈਲਪ ਕਰਾਂਗੇ ਜਿਹਦੇ ਨਾਲ ਦਿੱਲੀ ਦੀ ਆਮ ਜਨਤਾ ਜੁੜੇ। ਉਹ ਕਰਾਂਗੇ। ਇਕਬਾਲ ਸਿੰਘ ਜੀ, ਇੱਕ ਮੈਂ ਗੱਲ ਕਰਨੀ ਚਾਹੁੰਦਾ ਇਹਦੇ ਬਾਰੇ ਕਿ ਇਹਦੀ ਇੱਕ ਇੰਟਰਪ੍ਰੀਟੇਸ਼ਨ ਜਿਹੜੀ ਮੈਂ ਸਮਝਦਾ ਹਾਂ ਕਿ ਬੜੀ ਵੈਲਿਡ ਹੈ, ਉਹ ਹੈ ਮੁਲਕ ਦਾ ਹਾਲਾਤ ਜਿਹੜੇ ਨੇ ਇਸ ਵੇਲੇ ਸਾਰੇ। ਉਹਦੇ ਵਿੱਚ ਇੱਕ ਆਪਾਂ ਕੁਝ ਦੇਰ ਤੋਂ ਦੇਖਦੇ ਚਲੇ ਆ ਰਹੇ ਹਾਂ ਕਿ ਅਲੱਗ-ਅਲੱਗ ਕਿ ਜਿੱਥੋਂ ਤੱਕ ਤਾਂ ਨੈਸ਼ਨਲ ਲੀਡਰਸ਼ਿਪ ਦਾ ਸਵਾਲ ਹੈ, ਉੱਥੇ ਕਲੀਅਰ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਦਾ ਕੋਈ ਮੁਕਾਬਲਾ ਜੇ ਦੂਸਰੇ ਪਾਸੇ ਕੋਈ ਬੰਦਾ ਨਹੀਂ ਕਰਨ ਦੇ ਬਰਾਬਰ ਖੜਾ ਹੀ ਨਹੀਂ ਹੈ ਕੋਈ। ਲੇਕਿਨ ਜਦੋਂ ਆਪਾਂ ਸਟੇਟਾਂ ਜਾਂਦੇ ਆ, ਕੱਲੀਆਂ ਸਟੇਟਾਂ ਨੂੰ ਆਪਾਂ ਦੇਖਦੇ ਆ, ਤਾਂ ਤੁਸੀਂ ਦੇਖੋਗੇ ਕਿ ਚਾਹੇ ਬੀਜੇਪੀ ਵੀ ਉੱਥੇ ਜਿੱਤਦੀ ਹੋਏਗੀ, ਲੇਕਿਨ ਉੱਥੇ ਦੀ ਲੋਕਲ ਲੀਡਰਸ਼ਿਪ ਜਿਹੜੀ ਆ ਸਟਰੋਂਗ ਹੁੰਦੀ ਹੈ ਜੇ, ਤਾਂ ਉਹ ਬੀਜੇਪੀ ਨੂੰ ਫਾਇਦਾ ਹੁੰਦਾ ਹੈ। ਜਾਂ ਉਹਨਾਂ ਦਾ ਕੋਈ ਐਲਾਈ ਸਟਰੋਂਗ ਹੁੰਦਾ ਹੈ, ਜਾਂ ਉਹ ਆਪ ਕੋਈ ਲੋਕਲ ਲੀਡਰ ਉੱਥੇ ਜਿਹਨੂੰ ਕਰਦੇ ਆ। ਮੇਰੇ ਕਹਿਣ ਦਾ ਮਤਲਬ ਸੀਗਾ ਕਿ ਜਿਹੜੀ ਫੈਡਰਲ ਇੰਪਲਸ ਹੈ ਕੰਟਰੀ ਦੇ ਵਿੱਚ, ਉਹ ਕਰ ਰਹੀ ਹੈ। ਔਰ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਆਪਣੇ ਗਰੇਵਾਲ ਸਾਹਿਬ ਨੇ, ਪ੍ਰੈਸ ਸਾਹਿਬ ਨੇ ਵੀ, ਕਿ ਦਿੱਲੀ ਦੀ ਜਿਹੜੀ ਦਿੱਲੀ ਦੇ ਲੀਡਰ ਦੇ ਤੌਰ ਤੇ ਉਹਦਾ ਇਮਰਜ ਹੋਣਾ ਕੇਜਰੀਵਾਲ ਦਾ, ਉਹ ਵੀ ਇੱਕ ਫੈਡਰਲ ਇੰਪਲਸ ਦਾ ਹਿੱਸਾ। ਤੁਸੀਂ ਦੇਖੋ, ਜੇ ਬੀਜੇਪੀ ਜਿੱਤਦੀ ਹੈ ਮਹਾਰਾਸ਼ਟਰ ਵਿੱਚ ਤਾਂ ਠਾਕਰੇ ਦੇ ਨਾਲ ਜਿੱਤਦੀ ਹੈ, ਜੇ ਹਰਿਆਣਾ 'ਚ ਜਿੱਤਦੀ ਹੈ ਤੇ ਦੁਸ਼ਯੰਤ ਨੂੰ ਨਾਲ ਲੈ ਕੇ ਜਿੱਤਦੀ ਹੈ। ਤੇ ਜਾਂ ਤੁਸੀਂ ਹੋਰ ਨਾ ਸਟੇਟਾਂ 'ਚ ਦੇਖੋ, ਉਧਰ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਜੀ ਅੱਗੇ ਆ ਰਹੇ ਨੇ। ਤੇ ਇਸ ਤਰ੍ਹਾਂ ਤੁਸੀਂ ਇਕੱਲੇ ਥਾਂ ਤੇ ਵੀ ਜਾਓ ਨਾ, ਤਾਂ ਤੁਸੀਂ ਦੇਖੋਗੇ ਕਿ ਜੇ ਬੀਜੇਪੀ ਵੀ ਜਿੱਤਦੀ ਹੈ ਤਾਂ ਉੱਥੇ ਦੀ ਲੋਕਲ ਫੈਡਰਲ ਇੰਪਲਸ ਨੂੰ ਨਾਲ ਲੈ ਕੇ ਜਿੱਤਦੀ ਹੈ। ਸੋ ਇਸ ਲਈ ਕੰਟਰੀ ਦੇ ਵਿੱਚ ਜਿਹੜਾ ਫੈਡਰਲਿਜ਼ਮ ਦੀ ਗੱਲ ਹੈ ਨਾ, ਉਹ ਬੜੇ ਸਟਰੋਂਗਲੀ ਅੱਗੇ ਵਧ ਰਹੀ ਹੈ। ਬੀਜੇਪੀ ਦੇ ਲੀਡਰ ਤਾਂ ਦਾਅਵੇ ਕਰਦੇ ਨੇ ਕਿ ਅਸੀਂ ਤੁਹਾਡੀ ਡੰਗੋਰੀ ਖਿੱਚਦੇ ਆ ਰਹੇ ਹਾਂ 40 ਸਾਲਾਂ ਤੋਂ, 25 ਸਾਲਾਂ ਤੋਂ। ਤੁਸੀਂ ਇੱਥੇ ਦਾਅਵਾ ਕਰਦੇ ਹੋ ਕਿ ਜਿਹੜੇ ਗੱਠਜੋੜ ਨੇ ਤੇ ਉਹਨਾਂ ਤੋਂ ਕਿਹੜੇ ਲੀਡਰ ਨੇ ਕਿਹਾ? ਉਹਦਾ ਨਾਮ ਲੀਡਰ ਨੇ ਕਿਹਾ? ਹਾਂਜੀ, ਕਿਹੜੇ ਨੇ ਕਿਹਾ? ਤੁਹਾਨੂੰ ਜ਼ਿਆਦਾ ਪਤਾ ਹੋਵੇਗਾ। ਮੈਂ ਦੱਸਦਾ, ਮਾਸਟਰ ਮੋਹਨ ਲਾਲ ਨੇ ਕਿਹਾ, ਸ਼ਰੇਆਮ ਕਿਹਾ, ਜਨਤਕ ਸਭਾ ਦੇ ਵਿੱਚ ਕਿਹਾ ਕਿ ਤੁਹਾਡੀ ਡੰਗੋਰੀ ਅਕਾਲੀ ਦਲ ਦੀ ਅਸੀਂ ਖਿੱਚਦੇ ਥੱਕ ਗਏ। ਨਹੀਂ, ਮੈਂ ਬੇਨਤੀ ਕਰਾਂ, ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੀ ਤੇ ਬੀਜੇਪੀ ਦੇ ਵਿੱਚੋਂ ਵੀ ਕੁਝ ਲੀਡਰ ਇਸ ਤਰ੍ਹਾਂ ਦੀ ਗੱਲ ਕਰ ਜਾਂਦੇ ਆ ਜਿਹੜੀ ਕਿ ਓਵਰਆਲ ਹਾਈ ਕਮਾਂਡ ਦੀ ਲਾਈਨ ਤੋਂ ਥੋੜੀ ਹਟਵੀਂ ਹੁੰਦੀ ਹੈ। ਤੇ ਉਹ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ, ਉਹ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਮੇਰੇ ਕਹਿਣ ਦਾ ਉਹੀ ਮਤਲਬ ਹੈ, ਮੇਰੇ ਕਹਿਣ ਦਾ ਸਵਾਲ ਤਾਂ ਮੇਰਾ ਇਹ ਹੈ ਨਾ ਕਿ ਤੁਹਾਡਾ ਉਹਦੇ ਬਿਨਾਂ ਨਹੀਂ ਸਰਦਾ ਤੇ ਉਹਨਾਂ ਦਾ ਤੁਹਾਡੇ ਬਿਨਾਂ ਨਹੀਂ ਸਰਦਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਤੋਂ ਇਮੀਡੀਏਟਲੀ ਬਾਅਦ ਨੱਡਾ ਜੀ ਦਾ ਬਿਆਨ ਆਇਆ ਕਿ ਇਹ ਜਿਹੜਾ ਅਲਾਈਅੰਸ ਹੈ ਅਕਾਲੀ ਭਾਜਪਾ, ਇਹ ਸਟਰੋਂਗ ਹੈ ਔਰ ਸਟਰੋਂਗ ਰਹੇਗਾ। ਉਹ ਕੀ ਸੀਗਾ? ਉਹ ਇਹੀ ਸੀ ਕਿ ਜਿਹੜੀ ਆ ਗੱਲ ਇੱਥੇ ਪੰਜਾਬ 'ਚ ਕਿਸੇ ਨੇ ਕੀਤੀ ਹੈ, ਉਹਨੂੰ ਸਨੱਬ ਕਰਨ ਵਾਸਤੇ ਉਹਨਾਂ ਨੇ ਕੀਤਾ ਸੀਗਾ। ਸੋ ਇਸ ਤਰ੍ਹਾਂ ਸਾਡੀ ਜਦੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਇੱਧਰ ਜਦੋਂ ਤੱਕ ਮੋਦੀ ਸਾਹਿਬ ਔਰ ਅਮਿਤ ਸ਼ਾਹ ਜੀ ਔਰ ਨੱਡਾ ਸਾਹਿਬ, ਇਹ ਨੇ ਐਕਚੁਅਲੀ ਡਿਸੀਜਨ ਮੇਕਰਸ ਜਿਹੜੇ ਹੁੰਦੇ ਨੇ, ਜਿਹਨੂੰ ਹਾਈ ਕਮਾਂਡ ਆਪਾਂ ਕਹਿੰਦੇ, ਜਾਂ ਸਾਡੀ ਕੋਰ ਕਮੇਟੀ ਹੈ ਜਾਂ ਇਹਨਾਂ ਦੀ ਕੋਰ ਕਮੇਟੀ ਦੇ ਬਰਾਬਰ ਜੋ ਹੈ, ਉਹ ਜਦੋਂ ਉਹ ਫੈਸਲੇ ਲੈਂਦੇ ਨੇ, ਉਹ ਫੈਸਲੇ ਹੁੰਦੇ ਨੇ ਅਸਲ ਦੇ ਵਿੱਚ। ਤੇ ਜੇ ਥੱਲੇ ਕਈ ਵਾਰੀ ਸੁਰਾਂ ਇਦਾਂ ਦੀਆਂ ਆਉਂਦੀਆਂ ਰਹਿੰਦੀਆਂ। ਮੇਰਾ ਪਹਿਲਾ ਸਵਾਲ ਬੈਂਸ ਸਾਹਿਬ, ਤੁਹਾਨੂੰ ਯਾਦ ਹੋਵੇ ਤਾਂ ਮੇਰਾ ਪਹਿਲਾ ਸਵਾਲ ਇਹੀ ਸੀਗਾ ਕਿ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜੇ ਬੀਜੇਪੀ ਉੱਥੋਂ ਜਿੱਤ ਜਾਂਦੀ ਤਾਂ ਉਹਦਾ ਪੰਜਾਬ ਦੇ ਵਿੱਚ ਪ੍ਰਭਾਵ ਤੁਹਾਡੇ ਗੱਠਜੋੜ ਤੇ ਹੋਰ ਹੁੰਦਾ, ਤੇ ਅੱਜ ਜੇ ਬੀਜੇਪੀ ਹਾਰ ਗਈ ਹੈ ਤਾਂ ਗੱਠਜੋੜ ਤੇ ਪ੍ਰਭਾਵ ਕੁਝ ਹੋਰ ਹੈ। ਇਹ ਤਾਂ ਅਸੀਂ ਮੰਨ ਕੇ ਚੱਲੀਏ। ਦੇਖੋ, ਮੈਂ ਇਹਨਾਂ ਕਹਿ ਸਕਦਾ ਕਿ ਚਾਹੇ ਬੀਜੇਪੀ ਉਸੇ ਜਿੱਤਦੀ ਤੇ ਭਾਵੇਂ ਬੀਜੇਪੀ ਹਾਰਦੀ, ਪੰਜਾਬ ਦੇ ਵਿੱਚ ਅਲਾਈਅੰਸ ਨੂੰ ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ ਪੰਜਾਬ 'ਚ ਅਲਾਈਅੰਸ ਦੇ ਰੀਜ਼ਨਸ ਹੋਰ ਨੇ। ਠੀਕ ਹੈ। ਔਰ ਇੱਕ ਸਪੈਸੀਫਿਕ ਸਿਚੁਏਸ਼ਨ ਜੋ ਇਮਰਜ ਹੋਇਆ ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਪਿਓਰਲੀ ਪੋਲੀਟੀਕਲ ਨਹੀਂ ਹੈ, ਉਹ ਹੁਣ ਮੈਨੂੰ ਪਤਾ ਲੋਕੀ ਕਈ ਕ੍ਰਿਟਿਕ ਯਕੀਨ ਨਹੀਂ ਕਰਨਗੇ, ਲੇਕਿਨ ਇਹ ਗੱਲ ਬਹੁਤ ਸਟਰੋਂਗਲੀ ਹਾਈ ਕਮਾਂਡ ਦੇ ਦੋਨਾਂ ਪਾਸੇ ਇਹ ਗੱਲ ਘਰ ਕੀਤੀ ਹੋਈ ਹੈ ਕਿ ਪੰਜਾਬ ਦੇ ਵਿੱਚ
ਕਮਿਊਨਲ ਹਾਲਾਤ ਜਿਹੜੇ ਆ ਇਹ ਕਿਸੇ ਵੀ ਸੂਰਜ ਖਰਾਬ ਨਹੀਂ ਹੋਣੇ ਚਾਹੀਦੇ। ਠੀਕ ਹੈ ਇਕਬਾਲ ਸਿੰਘ ਜੀ, ਤੁਹਾਡੀ ਪਾਰਟੀ ਬਾਰੇ ਹੁਣ ਜਿਹੜੀ ਚਰਚਾ ਛਿੜੀ ਹੋਈ ਹੈ ਪੰਜਾਬ ਦੀ, ਚਲੋ ਤਾਂ ਪੰਜਾਬ ਦੇ ਸੰਦਰਭ ਚ ਕਰ ਲੈਣੇ ਆ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਕੋਈ ਲੀਡਰ ਹੈ ਨਹੀਂ ਜਿਹੜਾ ਪਾਰਟੀ ਨੂੰ ਨਾਲ ਲੈ ਕੇ ਚੱਲੇ। ਟਾਈਮ ਤੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਚੁੱਕੇ ਹੋ, ਬੜੇ ਸਾਰੇ ਪ੍ਰਧਾਨ ਬਦਲ ਕੇ ਦੇਖ ਚੁੱਕੇ ਹੋ, ਬੜੇ ਪਾਰਟੀ ਲੀਡਰਸ਼ਿਪ ਬਦਲ ਕੇ ਦੇਖ ਚੁੱਕੇ ਹੋ, ਪਰ ਕੋਈ ਵੀ ਅਜਿਹਾ ਵੱਡਾ ਚਿਹਰਾ ਨਹੀਂ ਹੈ ਜਿਹੜਾ ਤੁਹਾਡੀ ਪਾਰਟੀ ਨੂੰ ਲੀਡ ਕਰੇ। ਇਸੇ ਗੱਲ ਦਾ ਖਮਿਆਜ਼ਾ ਤੁਹਾਨੂੰ ਪਿੱਛੇ ਵੀ ਭੁਗਤਣਾ ਪਿਆ ਔਰ ਹਾਲੇ ਤੱਕ ਭੁਗਤ ਰਹੇ ਹੋ। ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਵੀ ਦੇਖੋ ਦਿੱਲੀ 'ਚ ਵੀ ਜਦੋਂ ਅਸੀਂ ਪਾਰਟੀ ਬਣਾਈ ਸੀ ਸਾਨੂੰ ਇਹ ਕਹਿੰਦੇ ਕੱਲ ਦੇ ਮੁੰਡੇ ਇਹਨਾਂ ਨੂੰ ਕੀ ਪਤਾ ਰਾਜਨੀਤੀ ਬਾਰੇ, ਪਰ ਉਹਨਾਂ ਨੇ ਕਰਕੇ ਦਿਖਾਤਾ ਨਾ। ਨਹੀਂ, ਉੱਥੇ ਤੁਹਾਡੇ ਕੋਲ ਚਿਹਰਾ ਸੀ ਨਾ ਅਰਵਿੰਦ ਚਿਹਰਾ, ਕੇਜਰੀਵਾਲ, ਹੁਣ ਮੈਂ ਉਹ ਹੁਣ ਵੀ ਸੀਗਾ। ਦੇਖੋ, ਤੁਸੀਂ ਪਿਛਲੀ ਵਾਰੀ ਵੀ ਇਹ ਦੱਸ ਨਹੀਂ ਪਾਏ ਕਿ ਪੰਜਾਬ ਦੇ ਵਿੱਚ ਚਿਹਰਾ ਕੌਣ ਹੋਊਗਾ, ਸੀਐਮ ਕੌਣ ਹੋਏਗਾ ਤੁਹਾਡਾ। ਮਨੋਹਰ ਲਾਲ ਖੱਟਰ ਨੂੰ ਜਾਣਦਾ ਸੀ ਕੋਈ? ਅੱਜ ਚਿਹਰਾ ਹੈਗੇ ਨਾ ਉਹ, ਇਸ ਕਰ ਕੋਈ ਨਹੀਂ ਸੀ ਜਾਣਦਾ ਖੱਟਰ। ਉਦੋਂ ਤਾਂ ਹਨੇਰੀਓ ਬੀਜੇਪੀ ਦੀ ਮੇਰੀ ਮੋਟੀ ਹਨੇਰੀ ਚੱਲ ਰਹੀ ਸੀ। ਨਹੀਂ, ਹੁਣ ਮੈਂ ਵੇਵ ਦੇ ਵਿੱਚੋਂ ਨਿਕਲ ਗਈ ਉਹ ਸੀ। ਨਹੀਂ ਕੋਈ ਗੱਲ ਨਹੀਂ, ਹੁਣ ਹਨੇਰੀ ਆਮ ਪਾਰਟੀ ਦੀ ਹੈ। ਸਾਡੇ ਕੋਲ ਪਹਿਲਾਂ ਦੱਸਣ ਨੂੰ ਕੁਝ ਨਹੀਂ ਸੀ ਲੋਕਾਂ ਕੋਲ, ਅਸੀਂ ਸਿਰਫ ਇਹਨਾਂ ਨੂੰ ਨਿੰਦਦੇ ਹੁੰਦੇ ਸੀਗੇ। ਹੁਣ ਸਾਡੇ ਕੋਲ ਮਾਡਲ ਹੈ, ਉਹ ਜਾਗ ਲੱਗ ਗਈ, ਉਹਦਾ ਨਹੀਂ ਜਮਾ ਲਿਆ ਸੀ। ਹੁਣ ਰੜਕਾਂਗੇ 2 ਸਾਲ ਕਿ ਉਹ ਕੱਢਾਂਗੇ 22 ਚ। ਨਹੀਂ, ਜਦੋਂ ਇਲੈਕਸ਼ਨ ਦੇਖੋ ਕੰਮ ਤੁਸੀਂ ਇੱਕ ਮਿੰਟ 5 ਸਾਲ ਹਾਰੇ ਪਾਰਟੀ ਨੂੰ ਦਿੱਲੀ ਛੋੜ ਚੁੱਕੇ ਨਹੀਂ ਜੀ, ਨਹੀਂ ਇਹਨਾਂ ਦੇ ਭਗਵੰਤ ਮਾਨ ਜੀ ਹੁਣ ਵੀ ਕਹਿਣਾ ਸ਼ੁਰੂ ਹੋ ਗਏ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ। ਉਹ ਮਤਲਬ ਮੁੱਖ ਮੰਤਰੀ ਬਣਨ ਲਈ ਰੋਜ਼ ਸ਼ੀਸ਼ੇ ਦੇ ਸਾਹਮਣੇ ਕਹਿੰਦੇ ਕਿ ਮੈਂ ਪੰਜਾਬ ਦਾ ਚੀਫ ਮਿਨਿਸਟਰ। ਮੈਂ ਇੱਥੇ ਗੱਲ ਐਡ ਤੇ ਕਰਨੀ ਉੱਥੇ ਪਾਰਟੀ ਕੀ ਕਰੂਗੀ ਫਿਰ? ਇੱਕ ਗੱਲ ਐਡ ਕਰਨੀ ਚਾਹਨਾ ਨਹੀਂ, ਇੱਕ ਜਸਟ ਮਿੰਟ ਜੀ, ਚਲੋ ਇਕਬਾਲ ਸਿੰਘ ਗੱਲ ਕੰਪਲੀਟ ਕਰ ਲੈਣਾ। ਮੈਂ ਸਾਹਿਬ ਇੱਕ ਮਿੰਟ ਗੱਲ ਕਰ ਲੈਣਾ ਫਿਰ ਤੁਹਾਡਾ ਰਿਐਕਸ਼ਨ। ਠੀਕ ਹੈ, ਠੀਕ ਹੈ। ਹਾਂਜੀ ਇਕਬਾਲ ਜੀ, ਦੇਖੋ ਵਿਰੋਧੀ ਧਿਰ ਹੈ, ਇਹਨਾਂ ਦਾ ਭੰਡਣਾ ਸਾਨੂੰ ਫਰਜ਼ ਹੈ, ਇਹਨਾਂ ਨੇ ਭੰਡਣਾ ਹੀ ਹੈ। ਪਰ ਭੰਡਣ ਦਾ ਗਰਾਊਂਡ ਕੋਈ ਹੈ ਨਹੀਂ ਨਾ ਕੋਲ। ਉਹ ਭੰਡੀ ਪ੍ਰਜਾ ਜਿੱਦਣ ਤੋਂ ਪਾਰਟੀ ਬਣੀ ਹੈ ਕਰਦੇ ਆ। ਚਲੋ ਤੁਸੀਂ ਆਪਣੀ ਗੱਲ ਕਰੋ, ਆਪਣੀ ਗੱਲ ਕਰੋ। ਅਸੀਂ ਆਪਣੀ ਗੱਲ ਕਰਦੇ, ਅਸੀਂ ਕੰਮ ਕੀਤਾ, ਸਾਡੇ ਵਾਸਤੇ ਲੋਕ ਲੜੇ, ਅਸੀਂ ਕੋਈ ਵਿਉਂਤ ਨਹੀਂ ਬਣਾਈ, ਕੋਈ ਸਟ੍ਰੈਟਜੀ ਨਹੀਂ ਬਣਾਈ, ਲੋਕਾਂ ਨੇ ਜਿੱਤ ਸਾਡੀ ਕੀਤੀ ਹੈ। ਤੇ ਪੰਜਾਬ ਵਾਸਤੇ ਵੀ ਹੁਣ ਸਾਡੇ ਕੋਲ ਮਾਡਲ ਹੈ। ਲੋਕਾਂ ਨੂੰ ਕਹੋਗੇ ਸਾਡੀ ਲੜਾਈ ਤੁਸੀਂ ਲੜਨੀ, ਸਾਡੇ ਕੋਲ ਪੈਸਾ ਨਹੀਂ, ਕੁਝ ਨਹੀਂ ਹੈ ਸਾਡੇ ਕੋਲ। ਜੇ ਤੁਸੀਂ ਆਪਣਾ ਬੱਚਿਆਂ ਦਾ ਭਵਿੱਖ ਬਣਾਉਣਾ, ਸਾਡੇ ਵਾਸਤੇ ਲੜਾਈ ਲੜੋ, ਤੁਹਾਡੇ ਬੱਚਿਆਂ ਦਾ ਭਵਿੱਖ ਅਸੀਂ ਤੁਸੀਂ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਕਿ ਉਦੋਂ ਤੁਹਾਡੇ ਕੋਲ ਦਿੱਲੀ ਮਾਡਲ ਨਹੀਂ ਸੀਗਾ? ਉਦੋਂ ਤੁਸੀਂ ਦਿੱਲੀ ਮਾਡਲ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤਾ? ਫਿਰ ਲੋਕਾਂ ਨੇ ਕਿਉਂ ਨਹੀਂ? 5 ਸਾਲ ਪੂਰੇ ਹੋ ਚੁੱਕੇ ਸੀ ਤੁਹਾਡੇ। ਨਹੀਂ 5 ਸਾਲ ਕਦ ਹੁਣ ਪੂਰੇ ਹੋਏ? 5 ਸਾਲ ਮੇਰੀ ਗੱਲ ਤਾਂ ਦੱਸੋ, ਜਿੰਨਾ ਚਿਰ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਰਹੀ ਆ ਉਹਨਾਂ ਚਿਰ ਕੁਝ ਨਹੀਂ ਕੀਤਾ ਫਿਰ ਤੁਸੀਂ? ਪੰਜਾਬ ਦੇ ਇਲੈਕਸ਼ਨ ਤੱਕ ਉਹਨੇ ਟੈਨਿਓਰ ਦੇ ਵਿੱਚ ਦਿੱਲੀ 'ਚ 3 ਸਾਲਾਂ 'ਚ ਕੁਝ ਨਹੀਂ ਹੋਇਆ, ਇਹਨਾਂ 2 ਸਾਲਾਂ 'ਚ ਸਭ ਕੁਝ ਹੋ ਗਿਆ। 3 ਸਾਲਾਂ 'ਚ ਕਿਹੜੀ ਇਲੈਕਸ਼ਨ ਆਈ ਆ? ਐਮਪੀ ਦੀ ਆਈ ਆ, ਉਹਦੇ 'ਚ ਅਸੀਂ ਨੈਸ਼ਨਲ ਲੈਵਲ ਤੇ ਤਾਂ ਲੜ ਨਹੀਂ ਰਹੇ ਸੀਗੇ, ਇਸ ਕਰਕੇ ਉਹ ਵੋਟ ਸਾਨੂੰ ਕਿਉਂ ਪਾਉਂਗੇ ਲੋਕ? ਉਹ ਤਾਂ ਮੋਦੀ ਸਾਹਿਬ ਤੇ ਕਾਂਗਰਸ ਨੂੰ ਵੋਟ ਪੈਣੀ ਸੀਗੀ। ਇਸ ਕਰਕੇ ਉਹ ਜਿਹੜੀਆਂ ਹੁਣ ਅਸੈਂਬਲੀ ਦੀਆਂ ਉਹਦੇ 'ਚ ਅਸੀਂ ਗੱਲ ਕਰਦੇ, ਅਸੈਂਬਲੀ 'ਚ ਅਸੀਂ ਦਿਖਾਤਾ ਕਰਕੇ ਅਸੈਂਬਲੀ 'ਚ ਦਿਖਾਵਾਂਗੇ ਅੱਗੇ। ਇਸ ਕਰਕੇ ਉਹਦਾ ਨੈਸ਼ਨਲ ਲੈਵਲ ਦਾ ਤੇ ਸਟੇਟਾਂ ਦਾ ਅਲੱਗ-ਅਲੱਗ ਪੈਟਰਨ ਹੁੰਦਾ, ਉਹਦੇ ਅਕੋਰਡਿੰਗ ਮੈਂ ਅਸੀਂ ਗੱਲ ਕਰ ਦੇਂਗੇ। ਅਸੀਂ ਇੱਕ ਸਟੇਟ ਜਿੱਤਦੇ ਪੂਰੇ ਹਿੰਦੁਸਤਾਨ 'ਚ ਫੈਲਾਂਗੇ ਅਸੀਂ। ਚਲੋ ਇੱਕ ਮਿੰਟ ਸਾਹਿਬ, ਇੱਕ ਸਵਾਲ ਲੈ ਲਾ ਮੈਂ, ਜਿਹੜਾ ਐਚਐਸ ਲੱਕੀ ਹੋਰਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਹੈ ਕਿ ਉਹ ਸਿਰਫ ਦਿੱਲੀ ਜੋ ਗਈ ਹੈ, ਇਸ ਕਰਕੇ ਉਹ ਬਾਹਰ ਗਏ ਨਹੀਂ। ਪਹਿਲਾਂ ਬਾਹਰ ਗਏ ਤੇ ਉਹ ਜ਼ਮਾਨਤਾਂ ਜ਼ਬਤ ਹੋ ਗਈਆਂ। ਜ਼ਮਾਨਤਾਂ ਇਹਨਾਂ ਦੇ 70 ਚੋਂ 67 ਚ ਲੱਕੀ ਉਹਨਾਂ ਦੀਆਂ ਜ਼ਬਤ ਹੈ ਜੀ ਦਿੱਲੀ ਚ। ਇੱਕ ਜ਼ਮਾਨਤਾਂ ਜ਼ਬਤ ਦੀ ਤਾਂ ਇਹਨਾਂ ਨੇ ਯਾਦ ਕਰਾਤੇ ਸਗੋਂ, ਮੈਂ ਤਾਂ ਕੋਟ ਕਰਨਾ ਹੀ ਨਹੀਂ ਸੀਗਾ। 67 ਸੀਟਾਂ ਦੇ ਇਹਨਾਂ ਦੀ ਜ਼ਮਾਨਤਾਂ ਜ਼ਬਤ ਦਿੱਲੀ ਚ। 63 ਤੇ 63 ਚਲੋ ਘਟਾ ਲਓ, 63 ਦੇ ਵੀ ਬੜੀ ਸ਼ਰਮਨਾਕ ਹਾਰ ਹੁੰਦੀ ਹੈ। 5% ਵੋਟ ਪਈ ਹੈ ਸਿਰਫ, ਇਹ ਇੱਕ ਇਤਿਹਾਸ ਹੈ। ਹਾਂ, ਫਿਰ ਦੂਜੇ ਨੂੰ ਕਹਿਣਾ ਤਾਂ ਪਹਿਲਾਂ ਆਪਣੇ ਝਾਤੀ ਮਾਰ ਲੈਣੀ ਚਾਹੀਦੀ ਹੈ। ਇਸ ਕਰਕੇ ਸਾਡੀ ਕੋਈ ਨੈਸ਼ਨਲ ਪਾਰਟੀ ਤਾਂ ਸੀਗੀ ਨਹੀਂ, ਸੀ ਪਹਿਲੀ ਵਾਰ ਆਏ। ਹੁਣ 1 ਬਾਈ 1 ਅਸੀਂ ਫੈਲਾਂਗੇ, ਕਾਂਗਰਸ ਦਾ ਭੋਗ ਪਾਉਂਦੇ ਜਾਣਾ ਸੀ। ਹੁਣ ਇਹ ਜੀ ਗੱਲ ਨਹੀਂ ਹੈਗੀ। ਤੇ ਲੱਕੀ ਜੀ ਤੁਸੀਂ ਚਿੰਤਾ ਨਾ ਕਰੋ, ਪੰਜਾਬ ਆ ਰਹੇ ਅਸੀਂ। ਠੀਕ ਹੈ, ਤੁਸੀਂ ਆਪਣੇ ਹਾਲਤ ਸੁਧਾਰ ਲਓ, ਜੇ ਨਹੀਂ ਲੋਕਾਂ ਨੇ ਬਾਹਰ ਕਰ ਦੇਣਾ ਸਾਨੂੰ। ਹਾਂਜੀ, ਮੈਂ ਬੇਨਤੀ ਕਰਾਂ ਕਿ ਜਿਹੜੀ ਜ਼ਮਾਨਤਾਂ ਜ਼ਬਤ ਹੋਣ ਦੀ ਗੱਲ ਕਰ ਰਹੀ ਹੈ, ਇਹ ਜਿਹੜਾ ਅਹੰਕਾਰ ਹੁੰਦਾ ਨਾ, ਇਹ ਬੰਦੇ ਨੂੰ ਲੈ ਡੁੱਬਦਾ ਹੁੰਦਾ। ਠੀਕ ਹੈ, ਕਾਹਦਾ ਅਹੰਕਾਰ ਹੈ? ਮੈਂ ਕੰਮ ਕਰਨ ਨੂੰ ਕਹਿ ਰਿਹਾ ਤੁਹਾਨੂੰ, ਕਾਹਦਾ ਅਹੰਕਾਰ ਕਰੋ। ਚਲੋ ਜੀ ਮੇਰੀ ਗੱਲ, ਚਲੋ ਇਹ ਤੁਸੀਂ ਬਾਅਦ ਚ ਕਰ ਲਿਓ ਗੱਲਾਂ, ਦੋਨੋਂ ਜਣੇ ਇਕੱਲੇ ਬੈਠ ਕੇ। ਨਹੀਂ, ਜਿਹੜਾ ਤੁਸੀਂ ਕਹਿ ਰਹੇ ਹੋ ਭੋਗ ਪਾ ਦਾਂਗੇ, ਪਤਾ ਨਹੀਂ ਕਿੰਨੇ ਕਿਹਦਾ ਭੋਗ ਪਾ ਦੇਣਾ। ਚਲੋ ਇਸ ਕਰਕੇ ਅਹੰਕਾਰ ਦੇ ਵਿੱਚ ਨਹੀਂ ਬੋਲੀਦਾ ਹੁੰਦਾ। ਠੀਕ ਹੈ, ਤੁਸੀਂ ਜਿੱਤੇ ਹੋ, ਪਰ ਉਸ ਤੋਂ ਬਾਅਦ ਵੀ ਜਦ ਤੁਸੀਂ ਜਿੱਤਣ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਆਏ ਸੀ। 2 ਸਾਲ ਹੋ ਗਏ ਸੀ ਤੁਹਾਡੀ ਜਿੱਤ ਨੂੰ ਦਿੱਲੀ ਬੋਲਦੇ ਨਾ ਬੜੇ ਮਿੱਠੀਆਂ ਗੱਲਾਂ, ਜ਼ਮਾਨਤਾਂ ਜ਼ਬਤ ਹੈ ਕਿਹੜੇ ਪਾਸਾ? ਉਸ ਤੋਂ ਬਾਅਦ ਪੰਜਾਬ 'ਚ ਵੀ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਈਆਂ, ਤੇ ਹਰਿਆਣੇ 'ਚ ਵੀ ਹੋਈਆਂ, ਤੇ ਰਾਜਸਥਾਨ 'ਚ ਵੀ ਹੋਈਆਂ, ਤੇ ਉੱਤਰਾਖੰਡ 'ਚ ਵੀ ਹੋਈਆਂ। ਠੀਕ ਹੈ, ਉਹ ਤੁਸੀਂ ਦਿੱਲੀ ਦੇ ਵਿੱਚ ਅੱਜ ਕਾਮਯਾਬ ਹੋ ਗਏ ਹੋ। ਠੀਕ ਹੈ, ਤੁਹਾਨੂੰ ਉਸ ਚੀਜ਼ ਦੀ ਵਧਾਈ ਹੈ, ਮੈਂ ਤੁਹਾਨੂੰ ਪਹਿਲਾਂ ਕਿਹਾ। ਪਰ ਤੁਸੀਂ ਇੰਨਾ ਨਾ ਆਪਣੇ ਆਪ ਨੂੰ ਸ਼ੋਅ ਕਰੋ ਕਿ ਤੁਸੀਂ ਅੱਜ ਬਹੁਤ ਵੱਡੇ ਲਾਰਜਰ ਦੈਨ ਲਾਈਫ ਫਿਗਰ ਬਣ ਗਏ ਹੋ। ਇੱਕ ਦਿੱਲੀ ਜਿੱਤਣ ਨਾਲ ਕੱਲੇ, ਜਿਹੜੇ ਕਿ ਸ਼ਾਇਦ ਮੈਂ ਪੂਰੇ ਹਿੰਦੁਸਤਾਨ ਦਾ 0.ਕੁਝ% ਹੋਏਗਾ, ਉਹ ਠੀਕ ਹੈ, ਤੁਹਾਨੂੰ ਵਧਾਈ ਅਸੀਂ ਦਿੰਦੇ ਆ। ਪਰ ਨਾਲ ਦੇ ਨਾਲ ਇਹ ਵੀ ਨਾ ਸਮਝਣਾ ਕਿ ਹੁਣ ਤੁਸੀਂ ਪੂਰੇ ਦੇਸ਼ ਦੇ ਵਿੱਚ ਚਲੋ ਭੁਲੇਖਾ ਤੁਹਾਡੀ ਰਹੋ। ਸਰਕਾਰ ਚਲੋ ਇੱਕ ਮਿੰਟ ਆਪਾਂ ਮੁੱਦੇ ਦੀ ਗੱਲ ਕਰੀਏ। ਇੱਕ ਮਿੰਟ ਆਇਆ ਲੱਕੀ ਸਾਹਿਬ, ਠੀਕ ਹੈ, ਚੰਗੇ ਭੁਲੇਖੇ। ਇਕਬਾਲ ਜੀ ਇੱਕ ਮਿੰਟ। ਹਾਂਜੀ, ਚਲੋ ਗੱਲ ਹੈ ਜੀ ਕਿ ਦੇਖੋ ਇਹ ਦੋਨੋਂ ਜਾਣੇ ਹੁਣ ਜਨਤਕ ਤੌਰ ਤੇ ਜੋ ਲੜਾਈ ਕਰੀ ਜਾਂਦੇ ਕਰੀ ਜਾਣ, ਪਰ ਲੋਕੀ ਤਾਂ ਦੇਖੋ ਇਹ ਗੱਲ ਵੀ ਕਹਿੰਦੇ ਆ ਵੀ ਜਿਹੜੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ, ਉਹ ਜ਼ਮਾਨਤਾਂ ਦੇ ਪੈਸੇ ਵੀ ਆਮ ਆਦਮੀ ਪਾਰਟੀ ਨੇ ਭਰੇ ਸੀ ਇਹਨਾਂ ਦੇ ਦਿੱਲੀ ਦੇ ਵਿੱਚ।
ਤੇ ਉਹ ਰਲ ਮਿਲ ਕੇ ਇਹਨਾਂ ਨੇ ਜਿਹੜੀ ਖੇਡ ਖੇਡੀ, ਇਹ ਗੱਲਾਂ ਹੋ ਰਹੀਆਂ ਨੇ, ਮੈਂ ਨਹੀਂ ਇਹ ਗੱਲ ਕਹਿ ਰਿਹਾ, ਲੇਕਿਨ ਇਹ ਗੱਲ ਹੋ ਰਹੀ ਹੈ ਕਿ ਉੱਥੇ ਰਲ ਮਿਲ ਕੇ, ਬਲਕਿ ਉਹਨਾਂ ਨੇ ਮੇਰੇ ਖਿਆਲ ਜੋ ਉਹਨਾਂ ਨੇ ਬਿਆਨ ਹੀ ਦੇ ਦਿੱਤਾ ਕਿ ਉਹਨਾਂ ਦਾ ਨਾਮ ਸੁਰਜੇਵਾਲਾ ਜੀ ਨੇ ਕਿ ਉਹ ਅਸੀਂ ਜਾਣ ਕੇ ਉੱਥੇ ਆਮ ਆਦਮੀ ਉਹ ਜ਼ਮਾਨਤਾਂ ਜਿਹੜੀਆਂ ਜ਼ਬਤ ਹੋਈਆਂ ਨੇ ਨਾ, ਉਹ ਜ਼ਮਾਨਤਾਂ ਦੇ ਪੈਸੇ ਕੇਜਰੀਵਾਲ ਸਾਹਿਬ ਦੀ ਪਾਰਟੀ ਨੇ ਭਰੇ ਸੀਗੇ, ਤੇ ਉਹਦਾ ਕੋਈ ਇਹਨਾਂ ਨੂੰ ਕਾਂਗਰਸ ਨੂੰ ਬਹੁਤ ਦੁੱਖ ਨਹੀਂ ਹੈ। ਤੁਸੀਂ ਲੋਕਾਂ ਸਾਹਮਣੇ ਨਾ ਲੜਿਆ ਕਰੋ, ਜਿਹੜੀ ਸਾਡੀ ਦੋਸਤੀ ਰੱਖਿਆ ਕਰੋ ਆਪਣੀ। ਤੇ ਲੇਕਿਨ ਜਿਹੜੀ ਗੱਲ ਇਹਨਾਂ ਨੇ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਹੁਣ ਸਾਨੂੰ ਕਹਿਣ ਨੂੰ ਕੁਝ ਹੋ ਗਿਆ, ਬੇਨਤੀ ਕਰਾਂ ਕਿ ਜਦੋਂ ਦਿੱਲੀ 'ਚ ਦੂਜੀ ਇਲੈਕਸ਼ਨ ਜਿੱਤੇ ਆ, ਜਿਹੜੀ ਇਹ ਖੁਦ ਹੀ ਕਹਿ ਕੇ ਹਟਿਆ ਸੀ ਕਿ ਪਹਿਲਾਂ ਅਸੀਂ 28 ਸੀ ਕਿੰਨੀਆਂ ਸੀਟਾਂ ਜਿੱਤੇ ਸੀ, ਉਹ ਤੋਂ ਬਾਅਦ ਅਸੀਂ ਪਰਫਾਰਮੈਂਸ ਦਿੱਤੀ, ਤੇ ਫਿਰ ਚਾਹੇ ਬੀਜੇਪੀ ਨੇ ਸਾਨੂੰ ਜਾਂ ਕਾਂਗਰਸ ਨੇ ਵੀ ਖਰਾਬ ਕੀਤਾ, ਲੇਕਿਨ ਅਸੀਂ ਦੁਬਾਰਾ ਜਿੱਤ ਕੇ ਆਏ। ਉਸ ਵੇਲੇ ਤਾਂ ਕੁਝ ਕਹਿਣ ਨੂੰ ਹੋਏਗਾ ਨਾ, ਤਾਂ ਹੀ ਤੁਸੀਂ ਦੁਬਾਰਾ ਜਿੱਤ ਕੇ ਆਏ। ਔਰ ਉਹ ਜਿਹੜੇ ਜਿੱਤ ਕੇ ਆਏ ਉਹਦੇ ਬੇਸ ਤੇ ਪੰਜਾਬ 'ਚ ਆ ਕੇ ਕਿਹਾ ਇਹਨਾਂ ਨੇ ਕਿ ਅਸੀਂ ਦੇਖੋ ਦਿੱਲੀ 'ਚ ਜਿੱਤ ਕੇ ਆਏ ਆ, ਇਹਨਾਂ ਗੱਲਾਂ ਤੇ ਜਿੱਤ ਕੇ ਆਏ ਆ, ਉਹ ਉਸ ਵੇਲੇ ਵੀ ਇਹਨਾਂ ਨੇ ਗੱਲਾਂ ਕਹੀਆਂ। ਹੁਣ ਜਿਹੜੀ ਇਹਨਾਂ ਦੀ ਅਸਲੀ ਪ੍ਰੋਬਲਮ ਹੋਇਆ ਕਿ ਕੱਲ ਭਗਵੰਤ ਮਾਨ ਜੀ ਨੂੰ ਨੈਸ਼ਨਲ ਟੀਵੀ ਤੇ ਪੁੱਛਿਆ ਗਿਆ ਕਿ ਤੁਸੀਂ ਕੇਜਰੀਵਾਲ ਸਾਹਿਬ ਨੂੰ ਨੈਸ਼ਨਲ ਲੀਡਰ ਮੰਨਦੇ ਹੋ ਜਿਹੜਾ ਕਿ ਮੋਦੀ ਸਾਹਿਬ ਨੂੰ ਚੈਲੰਜ ਕਰ ਸਕੇ, ਤੇ ਉਹ ਕਹਿੰਦੇ ਨੇ ਕਿ ਆਪਣੇ ਮਾਨ ਸਾਹਿਬ ਕਹਿ ਰਹੇ ਨੇ ਕਿ ਜੀ ਆਮ ਆਦਮੀ ਪਾਰਟੀ 'ਚ ਸਾਰੇ ਹੀ ਨੈਸ਼ਨਲ ਲੀਡਰ ਹੈ। ਫਿਰ ਉਹਨੇ ਦੁਬਾਰਾ ਕਿਹਾ ਕਿ ਤੁਸੀਂ ਕੇਜਰੀਵਾਲ ਸਾਹਿਬ ਨੂੰ ਨੈਸ਼ਨਲ ਲੀਡਰ ਮੰਨਦੇ ਹੋ? ਹੀ ਸੈਡ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹਾਂਗਾ। ਫਿਰ ਤੀਜੀ ਵਾਰੀ ਉਹਨੂੰ ਪੁੱਛਿਆ ਵੀ ਕੀ ਅਗਲੀ ਵਾਰੀ ਜਿਹੜਾ ਹੈਗਾ ਜੇ ਪੰਜਾਬ 'ਚ ਇਲੈਕਸ਼ਨ ਹੁੰਦੀ ਹੈ ਤਾਂ ਕੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਇੱਕ ਵੱਡਾ ਲੀਡਰ ਤੌਰ ਤੇ ਪੇਸ਼ ਕਰੋਗੇ? ਇਹ ਸਾਈਡ ਕਿ ਪੰਜਾਬ ਦੀ ਜਦੋਂ ਗੱਲ ਆਏਗੀ ਪੰਜਾਬ ਦੀ ਦੇਖਾਂਗੇ। ਮਤਲਬ ਉਹਨਾਂ ਨੇ ਜ਼ੋਰ ਲਾ ਲਿਆ ਇਹ ਕਹਾਣ ਦਾ ਵੀ ਨਹੀਂ ਕੇਜਰੀਵਾਲ ਸਾਹਿਬ ਵਧੀਆ ਲੀਡਰ ਨੇ। ਮਾਨ ਸਾਹਿਬ ਨੇ ਉਹ ਗੱਲ ਨਹੀਂ ਕਹੀ, ਜਿਹੜੀ ਮਾਨ ਸਾਹਿਬ ਦਾ ਜਿਹੜੀ ਗੱਲ ਪ੍ਰੈਸ ਸਾਹਿਬ ਕਹਿ ਹਟੇ ਨੇ, ਜਿਵੇਂ ਮੇਰਾ ਵੀਰ ਜੀ ਕਹਿ ਚੁੱਕੇ ਨੇ ਕਿ ਉਹਨਾਂ ਦਾ ਜਿਹੜਾ ਏਜੰਡਾ ਉਹ ਬੜਾ ਕਲੀਅਰ ਹੈ। ਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਏਜੰਡਾ ਜਿਹੜਾ ਹੋਏਗਾ, ਲੇਕਿਨ ਉਹਨਾਂ ਦਾ ਏਜੰਡਾ ਬੜਾ ਕਲੀਅਰ ਹੈ ਕਿ ਪੰਜਾਬ ਜੇ ਕੋਈ ਪੰਜਾਬ ਦੀ ਕਿਸੇ ਇੱਕ ਪਾਰਟੀ ਨਾਲ ਜੁੜਿਆ ਹੋਇਆ ਹਰ ਇੱਕ ਦਾ ਏਜੰਡਾ ਹੋਊਗਾ। ਭਗਵੰਤ ਮਾਨ ਵੀ ਚਾਹੁੰਦਾ ਕਿ ਉਹ ਮੁੱਖ ਮੰਤਰੀ ਬਣੇ ਕਿਉਂਕਿ ਉਹਨੇ ਲੀਡ ਕੀਤਾ ਪਾਰਟੀ ਨੂੰ। ਉਸ 'ਚ ਗਲਤ ਗੱਲ ਕੀ ਹੈ? ਨਹੀਂ, ਮੈਂ ਕਦੋਂ ਕਹਿੰਦਾ ਗਲਤ ਹੈ? ਨਹੀਂ, ਤੁਸੀਂ ਕਹਿ ਰਹੇ ਹੋ ਕਿ ਉਹ ਭਗਵੰਤ ਮਾਨ ਦਾ ਆਪਣਾ ਏਜੰਡਾ ਹੈ। ਬਿਲਕੁਲ ਨਹੀਂ, ਮੈਂ ਤਾਂ ਇਹ ਕਹਿ ਰਿਹਾ ਕਿ ਇਹਨਾਂ ਦੀ ਸਮੱਸਿਆ ਹੀ ਇਹ ਹੈ ਕਿ ਇਹਨਾਂ ਦੇ ਸਾਰੇ ਹੀ ਬੰਦੇ ਜਿਹੜੇ ਉਹ ਲੀਡਰ ਹੀ ਨੇ। ਜਿਹਨੂੰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਨਾ ਕਿ ਕੱਲਾ ਲੀਡਰ ਜਿਹੜਾ ਉਹ ਨੈਸ਼ਨਲ ਲੀਡਰ ਹੈ, ਉਹ ਇੱਥੇ ਵੀ ਇਹੀ ਪੰਗਾ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਨਾ ਕਿ ਉਹ ਹਰੇਕ ਬੰਦਾ ਹੀ, ਤਾਂ ਹੀ ਤਾਂ ਲਾਸਟ ਟਾਈਮ ਇਹ ਅਨਾਉਂਸ ਨਹੀਂ ਕਰ ਸਕੇ ਸੀ ਵੀ ਸਾਡਾ ਲੀਡਰ ਕੌਣ ਹੈ। ਅਸਲੀ ਦੇਖੋ ਆਪਾਂ ਪੰਜਾਬ ਤੇ ਆਈਏ, ਪੰਜਾਬ ਦੀ ਜਿਹੜੀ ਗੱਲ ਹੈ ਦੋ ਗੱਲਾਂ ਨੇ ਜੀ। ਇੱਕ ਤਾਂ ਆਪਾਂ ਪਰਫਾਰਮੈਂਸ ਤੇ ਆਈਏ। ਲਾਸਟ ਟਾਈਮ ਕਾਂਗਰਸ ਪਾਰਟੀ ਜਿਹੜੀ ਹੈ ਉਹ ਪੰਜਾਬੀ 'ਚ ਆਪਾਂ ਕਹਿੰਦੇ ਨੇ ਕੱਛਾਂ ਵਜਾ ਕੇ ਹੱਸਦੇ ਆ, ਉਹ ਇਸ ਤਰ੍ਹਾਂ ਹੱਸਦੇ ਰਹੇ ਵੀ ਦੇਖੋ ਅਸੀਂ ਲੋਕਾਂ ਨੂੰ ਭੁਲਾ ਹੀ ਦਿੱਤਾ ਕਿ ਲੋਕਾਂ ਨੇ ਅਕਾਲੀ ਭਾਜਪਾ ਨੇ ਸਾਡੇ ਕੰਮ ਕਿੰਨੇ ਕੀਤੇ, ਅਸੀਂ ਗੱਲਾਂ ਹੀ ਹੋਰ ਪਾਸੇ ਲੈ ਗਏ। ਸੋ ਪਰਫਾਰਮੈਂਸ ਜਿਹੜੀ ਹੈ ਨਾ ਉਹ ਲੇਕਿਨ ਮੈਂ ਹੁਣ ਇਸ ਗੱਲ ਤੇ ਖੜਾ ਕਿ ਲੋਕਾਂ ਨੇ ਉਸ ਵੇਲੇ ਜੋ ਵੋਟ ਦਿੱਤੀ ਉਹਦੇ ਪਰ ਸਿਰ ਝੁਕਾਇਆ, ਲੇਕਿਨ ਇਸ ਵੇਲੇ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਕਿ ਜਿਹੜੀ ਪਰਫਾਰਮੈਂਸ ਤੇ ਵੋਟ ਅਕਾਲੀ ਮੰਗ ਰਹੇ ਸੀ, ਅਕਾਲੀ ਭਾਜਪਾ ਵਾਲੇ ਮੰਗ ਰਹੇ ਸੀ, ਉਹ ਪਰਫਾਰਮੈਂਸ ਤਾਂ ਸਾਹਮਣੇ ਨਜ਼ਰ ਆ ਰਹੀ ਹੈ। ਜੇ ਤੁਸੀਂ ਇੱਥੋਂ ਮੈਂ ਚਲੋ ਕੱਲੀ ਗੱਲਾਂ ਕੀ ਲਾਣੀਆਂ ਸਾਰੇ ਨਜ਼ਰ ਆ ਰਹੀਆਂ ਨੇ। ਅੱਛਾ, ਜਿਹੜੀਆਂ ਗੱਲਾਂ ਉੱਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੀਆਂ ਗੱਲਾਂ ਉੱਤੇ ਕੇਜਰੀਵਾਲ ਸਾਹਿਬ ਦਿੱਲੀ ਜਿੱਤੇ ਨੇ ਉਹ ਤਾਂ ਬਿਲਕੁਲ ਉਹ ਨੇ ਜਿਹੜੀਆਂ ਕਿ ਅਕਾਲੀ ਭਾਜਪਾ ਨੇ ਪੰਜਾਬ 'ਚ ਕੀਤੀਆਂ ਨੇ। ਚਾਹੇ ਉਹ ਬਿਜਲੀ ਮੁਫਤ ਦਾ ਏਜੰਡਾ ਹੈ, ਚਾਹੇ ਫਾਰਮਰਸ ਨੂੰ ਦੇਣ ਦਾ, ਚਾਹੇ ਤੁਸੀਂ ਉਹ ਦਲਿਤਾਂ ਨੂੰ ਸ਼ਗਨ ਦਾ ਏਜੰਡਾ ਹੈ, ਚਾਹੇ ਉਹ ਓਲਡ ਏਜ ਪੈਨਸ਼ਨ ਦਾ ਹੈ। ਤੁਸੀਂ ਕਿਤੇ ਆ ਜਾਓ, ਸਕੂਲਾਂ ਤੇ ਆ ਜਾਓ। ਨਹੀਂ ਚਲੋ, ਪਰ ਗੱਲ ਉਹਨਾਂ ਦੀ ਜ਼ਿਆਦਾ ਸੁਣੀ ਗਈ, ਤੁਹਾਡੀ ਘੱਟ ਸੁਣੀ ਗਈ। ਮੈਂ ਬੇਨਤੀ ਇਹੀ ਕਰਾਂ ਕਿ ਉਸ ਵੇਲੇ ਹੋਇਆ ਇਹ ਜਿਹੜੀ ਮੈਂ ਹੀ ਗੱਲ ਕੀਤੀ ਹੈ ਨਾ ਕਿ ਜੇ ਵਰਕ ਉੱਤੇ ਹੀ ਇਕੱਲੇ ਵੋਟ ਪੈਂਦੀ ਤਾਂ ਅਸੀਂ ਲਾਸਟ ਟਾਈਮ ਵੀ ਜਿੱਤਦੇ ਸੀ। ਲੇਕਿਨ ਮੈਨੂੰ ਹੁਣ ਪਤਾ ਇਸ ਗੱਲ ਦਾ ਜਿਹੜਾ ਮੈਨੂੰ ਅਹਿਸਾਸ ਹੋ ਰਿਹਾ ਕਿ ਲੋਕਾਂ ਨੂੰ ਗੱਲ ਸੁਣੀ ਦੀ ਹੈ ਕਿ ਉਸ ਵੇਲੇ ਲੋਕਾਂ ਦੇ ਮੂਡ ਜਿਹੜੇ ਸੀ ਉਹਨਾਂ ਨੇ ਕਾਂਗਰਸ ਨੇ ਜਿਸ ਤਰ੍ਹਾਂ ਕਰਤੇ ਸੀ, ਔਰ ਇਹ ਪੰਜਾਬ 'ਚ ਇਕੱਠੇ ਰਲ ਕੇ ਖੇਡੇ ਸੀ ਲਾਸਟ ਟਾਈਮ ਇਹ ਜੀ, ਤੇ ਹੁਣ ਦਿੱਲੀ 'ਚ ਵੀ ਰਲ ਕੇ ਇਕੱਠੇ ਖੇਡੇ ਨੇ। ਦੇਖੋ ਮੈਂ ਉਹਦੇ ਉਸ ਗੱਲ 'ਚ ਨਹੀਂ ਪੈਂਦਾ, ਦੈਟ ਇਜ਼ ਅ ਮਾਈਨਰ ਥਿੰਗ। ਦੇਖੋ ਮੈਂ ਉਸ ਗੱਲ 'ਚ ਨਹੀਂ ਪੈਂਦਾ। ਮੈਂ ਮੰਨਦਾ ਦੇਖੋ ਦਿੱਲੀ ਦੇ ਇਸ਼ੂਜ਼ ਜਿਹੜੇ ਸੀਗੇ ਨਾ, ਦਿੱਲੀ ਦੇ ਇਸ਼ੂਜ਼ ਕਈ ਇਦਾਂ ਦੇ ਸੀਗੇ, ਆਪਾਂ ਉਹਨੂੰ ਕੱਲੇ ਡਾਇਨਾਮਿਕਸ ਬੜੀ ਕੰਪਲੈਕਸ ਨੇ। ਕਿਸੇ ਹੱਦ ਤੱਕ ਇੱਕ ਮਿੰਟ ਗੱਲ ਪੂਰੀ ਕਰ ਲੈਂਦੇ ਹੋ ਜੀ। ਕਿਸੇ ਹੱਦ ਤੱਕ ਜਿਹੜਾ ਨੈਸ਼ਨਲ ਪੋਲਿਟਿਕਸ ਜਾਂ ਦਿੱਲੀ ਦੇ ਵਿੱਚ ਜਿਹੜੇ ਉਹ ਸਲੋਗਨਸ ਵਗੈਰਾ ਚੱਲੇ ਨੇ ਉਹਨਾਂ ਦਾ ਵੀ ਨੈਗੇਟਿਵ ਅਸਰ ਹੋਇਆ, ਨੁਕਸਾਨ ਹੋਇਆ। ਹਾਂ, ਕਿਉਂਕਿ ਮੈਂ ਦੇਖ ਰਿਹਾ ਕਿ ਜਿਹੜੇ ਈਵਨ ਮੁਸਲਿਮ ਡੋਮੀਨੇਟਡ ਏਰੀਆ ਸੀਗੇ ਜਾਂ ਜਿਹੜੇ ਮੁਸਲਿਮ ਕੈਂਡੀਡੇਟ ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਉੱਥੇ ਵੀ ਹਿੰਦੂ ਵੋਟ ਜਿਹੜੀ ਕਾਫੀ ਵੱਡੀ ਮਿਕਦਾਰ 'ਚ ਉਹ ਇਹਨਾਂ ਨੂੰ ਪਈ। ਇਹਦਾ ਮਤਲਬ ਹੈ ਕਿ ਦੇਖੋ ਇਸ ਦੇਸ਼ ਦਾ ਮੈਂ ਇਹ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਇਹ ਦੇਸ਼ ਦਾ ਇੱਕ ਸੁਭਾਅ ਹੈ। ਉਹ ਸੁਭਾਅ ਇਹ ਹੈ ਕਿ ਇਸ ਸਰਬੱਤ ਦੇ ਭਲੇ ਦੀ ਗੱਲ ਜਿਹੜੇ ਲੋਕ ਕਰਨਗੇ ਨਾ ਉਹਨਾਂ ਨੂੰ ਹੀ ਇੱਥੇ ਮਕਬੂਲੀਅਤ ਮਿਲੇਗੀ ਅਖੀਰ ਦੇ ਵਿੱਚ। ਥੋੜੇ ਸਮੇਂ ਦੇ ਲਈ ਮੈਂ ਦੇਖਿਆ, ਪੰਜਾਬ ਵਿੱਚ ਵੀ ਦੇਖਿਆ, ਬਾਹਰ ਵੀ ਦੇਖਿਆ, ਥੋੜੇ ਸਮੇਂ ਲਈ ਐਕਸਟ੍ਰੀਮਿਜ਼ਮ ਨੂੰ ਹੁਲਾਰਾ ਮਿਲਦਾ, ਪਰ ਕੁੱਲ ਮਿਲਾ ਕੇ ਦੇਸ਼ ਆਪਣਾ ਬੈਲੈਂਸ ਮੇਨਟੇਨ ਕਰਦਾ ਹੈ ਤੇ ਉੱਥੇ ਆ ਕੇ ਮੋਡਰੇਸ਼ਨ ਦੇ ਇੱਕ ਮਿੰਟ ਮੈਂ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ, 2017 ਵਾਲੇ ਹਾਲ ਤੁਹਾਡੇ ਵੀ ਨਹੀਂ ਹੈਗੇ,
ਤੁਸੀਂ ਕਿਹਾ ਸੀ ਵੀ ਟਰੱਕ ਭਰ ਭਰ ਕੇ ਨੋਟਾਂ ਦੇ ਆਉਣਗੇ ਕਿਉਂਕਿ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ ਤੇ ਤੁਹਾਡੇ 2-3 ਟੁਕੜੇ ਹੋ ਚੁੱਕੇ ਹੈਗੇ। ਤੁਸੀਂ ਆਤਮ ਚਿੰਤਨ ਆਪਣਾ ਕਰੋ, ਸਾਡੀ ਚਿੰਤਾ ਛੱਡ ਦਿਓ। ਹੁਣ ਪਹਿਲਾਂ ਤੁਸੀਂ ਆਪ ਸਟੈਂਡ ਹੋ। ਹੁਣ 2017 ਵਾਲੇ ਅਕਾਲੀ ਦਲ ਦੇ ਵੀ ਹਾਲਾਤ ਚਲੋ ਠੀਕ ਹੈ। ਸਾਡੇ ਚੋਂ ਤਾਂ 2 ਵੀਰ ਗਏ ਨੇ, ਦੋ ਤਿੰਨ। ਨਹੀਂ, ਨਹੀਂ, ਉਹ ਤੁਹਾਡੇ ਤਾਂ ਵੀਰ ਜੀ ਪਹਿਲੇ ਚਲੇ ਗਏ। ਮਾਝਾ ਵੀ ਗਿਆ, ਤੁਹਾਡਾ ਮਾਲਵਾ ਵੀ ਗਿਆ। ਤੁਹਾਡੇ ਤਾਂ ਜਿਨ੍ਹਾਂ ਨੇ ਬਣਾਈ ਸੀ ਆਮ ਆਦਮੀ ਪਾਰਟੀ ਉਹੀ ਚਲੇ ਗਏ। ਉਹ ਮੋਦੀ ਵੇਬ ਵੀ ਨਹੀਂ ਹੈ ਵੀ ਜਿਹੜਾ ਹੁਣ ਕਹਿਣਗੇ ਚਲੋ ਠੀਕ ਹੈ, ਕਰਕੇ ਲੈ ਲਾਂਗੇ ਉਹਨਾਂ ਤਾਂ ਕੇਜਰੀਵਾਲ ਸਾਹਿਬ ਉੱਠੇ ਨਹੀਂ ਸਕਦੇ ਸੀ। ਹੁਣ ਨੋਟਾਂ ਦੇ ਟਰੱਕਾਂ ਵਾਲਾ ਜਿਹੜਾ ਬੰਦਿਆਂ ਨੇ ਕੇਜਰੀਵਾਲ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀ ਉਹ ਬੰਦੇ ਆਮ ਆਦਮੀ ਪਾਰਟੀ ਛੱਡ ਕੇ ਜਾ ਚੁੱਕੇ ਨੇ। ਮੇਰਾ ਖਿਆਲ ਹੈ ਜਿਹੜੀ ਆਪਣੇ ਇੱਕ ਮਿੰਟ ਹੈਗੇ ਨੇ ਭੰਨ ਟੁੱਟ ਤੇ ਚਾਰੇ ਪਾਸੇ ਹੀ ਹੋ ਰਹੀ ਆ। ਉਹ ਹੁੰਦੀ ਹਰ ਰਹਿੰਦੀ ਹੈ। ਪਾਰਟੀ 'ਚ ਹੀ ਹੋਈ। ਹਾਂ, ਕੋਈ ਪਾਰਟੀ ਨਹੀਂ ਬਚੀ ਹੋਈ। ਦੱਸੋ ਹੁੰਦੀ ਕਿਹੜੀ ਰਹਿੰਦੀ ਹੋ ਰਹੀ, ਬੜੀ ਤਕੜੇ ਤੌਰ ਤੇ ਹੋ ਰਹੀ ਆ। 4 MP ਜਿੱਤੇ ਸੀ, ਦੋ ਵਿੱਚ ਮਤਲਬ ਬਾਹਰ ਚਲੇ ਗਏ। ਫਿਰ ਇਸ ਤਰ੍ਹਾਂ ਹੀ ਹੁਣ ਜਿਹੜੇ 20 ਆ ਉਹਨਾਂ ਚੋਂ ਇੱਕ ਤੇ ਰਿਜ਼ਾਈਨ ਦੇ ਗਿਆ ਫੁਲਕਾ ਆਪਣੇ ਕਾਰਨਾਂ ਕਰਕੇ, ਬਾਕੀ ਦਿਆਂ ਨੇ ਵੀ ਬਗਾਵਤ ਕੀਤੀ। ਇਸ ਕਰਕੇ ਭੰਨ ਟੁੱਟ ਤੇ ਉਹ ਜੀ ਇਹਨੂੰ ਦੇਖੋ, ਇਹਨਾਂ ਦੇ ਤਾਂ ਜੋ ਪੰਜਾਬ ਦੇ MLA ਜਿਹੜੇ ਰਿਜ਼ਾਈਨ ਕਰ ਚੁੱਕੇ ਨੇ ਉਹ ਕਾਂਗਰਸ ਦੇ ਸਪੀਕਰ ਸਾਹਿਬ ਨੇ, ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ। ਮੇਨ ਮੁੱਦਾ ਬੈਂ ਸਾਹਿਬ ਮੈਨੂੰ ਮੜ ਜਾ ਟਾਈਮ ਦਿਓ। ਹੁਣ ਜਿਹੜਾ ਮੇਨ ਮੁੱਦਾ ਆ ਉਹ ਅੱਜ ਦਾ ਹੈ ਕਿ ਇਹਦਾ ਪੰਜਾਬ ਤੇ ਕੀ ਅਸਰ ਹੋਊਗਾ। ਜਿਹੜਾ ਇਹ ਕਹਿ ਰਿਹਾ ਕਿ ਮਾਡਲ ਹੈ ਕਿ ਨਵਾਂ ਰਸਤਾ ਦੇਤਾ ਹੁਣ ਤੇ ਸਾਰੇ ਉਸੇ ਹੀ ਸੂਈ ਦੇ ਨੱਕੇ ਥਾਣੀ ਲੰਘਣਗੇ। ਮੈਨੂੰ ਲੱਗਦਾ ਹਰ ਸੂਬੇ ਦੀ ਇੱਕ ਅਲੱਗ ਵਿਲੱਖਣ ਲੋੜਾਂ ਆ, ਉਹਦੀ ਇੱਕ ਡੈਮੋਗ੍ਰਾਫੀ ਆ, ਉਹਦੇ ਇੱਕ ਘੱਟ ਗਿਣਤੀ ਬਹੁ ਗਿਣਤੀ ਦੀ ਪ੍ਰਪੋਰਸ਼ਨ ਹੈਗੀ ਆ। ਉੱਥੇ ਪਾਰਟੀਆਂ ਦਾ ਇੱਕ ਆਪਣੀ ਕਿਸਮ ਦਾ ਇਤਿਹਾਸ ਆ, ਉਹਨਾਂ ਦਾ ਆਪਸ ਵਿੱਚ ਜੋੜ ਮੇਲ ਜਾਂ ਆਪਸ ਵਿੱਚ ਕਨਫਲਿਕਟ। ਹੁਣ ਕੇਰਲਾ ਦਾ ਉੱਥੇ ਕੀ ਖਿਆਲ ਹੈ ਕਿ ਤੁਸੀਂ ਹੁਣ ਦਿੱਲੀ ਦਾ ਅਸਰ ਲੈ ਕੇ ਜਾਣਗੇ ਜਾਂ ਵੈਸਟ ਬੰਗਾਲ ਦੀਆਂ ਚੋਣਾਂ ਆਉਣ ਵਾਲੀਆਂ ਉਹ ਦਿੱਲੀ ਮਾਡਲ ਨੂੰ ਉੱਥੇ ਵੇਖਣਗੇ। ਉਹ ਆਪਣੇ ਹਾਲਾਤ ਦੇਖਣਗੇ ਕਿ ਉੱਥੇ ਬੰਗਲਾਦੇਸ਼ੀ ਦਾ ਜਾਂ NRC ਦਾ ਜਾਂ CA ਦਾ ਕੀ ਬਣਿਆ, ਇੱਕ ਦੂਜੇ ਦੇ ਗਲ ਵੱਢਣ ਨੂੰ ਤਿਆਰ ਬੈਠੇ ਹੋਏ ਆ। ਇਸ ਕਰਕੇ ਜਿਹੜਾ ਮਾਡਲ ਹੈ ਨਾ ਵੀ ਇੱਕ ਕਿਤੋਂ ਲੈਣ ਦਾ ਤੇ ਉਹ ਸਾਰੇ ਦੇਸ਼ 'ਚ ਰੈਪਲੀਕੇਟ ਹੋਊਗਾ। ਇਹ ਦੇਸ਼ ਇੱਕੋ ਜਿਹਾ ਹੈ ਹੀ ਨਹੀਂ। ਉੜੀਸਾ ਵਾਲਿਆਂ ਨੇ ਕਰਤਾ, ਬੰਗਾਲ ਵਾਲਿਆਂ ਨੇ ਕਰਤਾ, ਮਹਾਰਾਸ਼ਟਰ ਨੇ ਕਰਤਾ, ਤੁਸੀਂ ਕਿੱਥੇ ਘੁੰਮਦੇ? ਤੁਸੀਂ ਕਰੀ ਚਲੋ ਇੱਥੇ, ਤੁਸੀਂ ਇੱਥੇ ਕਰੀ ਚਲੋ ਦਿੱਲੀ ਕਰਤਾ। ਉਹਨਾਂ ਨੂੰ ਪਤਾ ਉਹ ਚੱਲ ਪਏ ਲਾਈਨ ਪਰ। ਚਲੋ ਠੀਕ ਹੈ, ਮੈਂ ਤਾਂ ਇਹਨਾਂ ਨੂੰ ਵੀ ਅਪੀਲ ਕਰਦਾ, ਕਾਂਗਰਸ ਨੂੰ ਵੀ ਠੀਕ ਹੈ। ਉਹਨੂੰ ਕਹੇ ਹੁਣ ਚੀਫ ਮਿਨਿਸਟਰ ਛੱਡ ਕੇ ਦਿੱਲੀ ਦੀ ਉਹਨੂੰ ਕਹੇ ਪ੍ਰਾਈਮ ਮਿਨਿਸਟਰ। ਬਿਲਕੁਲ, ਅਸੀਂ ਰਾਜਨੀਤੀ ਬਦਲਣਾ ਹੈ, ਅਸੀਂ ਰਾਜਨੀਤੀ ਕਰਨੀ ਹੈ। ਇਹ ਆ ਜਾਣ, ਅਸੀਂ ਪਿੱਛੇ ਹਟ। ਇਹ ਗੱਲਾਂ ਬਹੁਤ ਸੁਣ ਲੀਆਂ ਤੁਹਾਡੀਆਂ ਯਾਰ, ਬਹੁਤ ਦੇਰ ਦੀਆਂ ਕਰੀ ਜਾਂਦੇ ਆ। ਚਲੋ ਅਸੀਂ ਨਾ ਇਸੇ ਮਾਡਲ ਤੇ ਲੈ ਕੇ ਆਉਣਾ ਸਭ ਨੂੰ। ਵੇਚਣਾ ਟੋਕ ਜਾ। ਅੱਛਾ, ਤੁਸੀਂ ਇੱਕ ਵਾਰ ਦੂਜੀ ਗੱਲ ਦਿੱਲੀ ਮਾਡਲ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ? ਹਾਂਜੀ ਮਨਜੀਤ ਜੀ ਬੋਲੋ। ਦੂਜੀ ਗੱਲ ਜਿਹੜੀ ਹੈ ਬੈਂ ਸਾਹਿਬ, ਜਿਹੜੀ ਤੁਸੀਂ ਕਹਿੰਦੇ ਆ ਨਾ ਕਿ ਇੱਕ ਬੜੇ ਹਾਲਾਤ ਸੀ, ਸ਼ਾਂਤੀਪੂਰਕ ਇੱਥੇ ਹਾਲਾਤ ਸੀ, ਉਹਨਾਂ ਹਾਲਾਤਾਂ 'ਚ ਤੁਸੀਂ ਠੀਕ ਹੈ ਸਮਝੌਤਾ ਕਰ ਲਿਆ, ਸ਼ਾਂਤੀ ਹੋ। ਅੱਜ ਕਿਹੜੀ ਹੈ ਸ਼ਾਂਤੀ ਹੈ ਇੱਥੇ? ਅੱਜ ਤੁਸੀਂ ਜਿਹੜਾ 9 ਮਾਸ ਦੀ ਗੱਲ ਹੈ, ਮੈਂ ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਤੁਹਾਡੀ ਮਰਜ਼ੀ, ਤੁਹਾਡੀ ਪਾਰਟੀਆਂ ਦਾ ਕਿ ਆਪਣਾ ਹੈਗਾ ਆ, ਪਰ ਜਦੋਂ ਬਾਰ-ਬਾਰ ਜਿਹੜੇ ਬੀਜੇਪੀ ਤੋੜ ਕੇ ਪਰਾਂ ਸੁੱਟਦੀ ਹੈ, ਜਿਸ ਤਰ੍ਹਾਂ ਇੱਥੇ ਹਰਿਆਣੇ 'ਚ ਵੀ ਹੋਇਆ, ਦਿੱਲੀ 'ਚ ਵੀ ਹੋਇਆ, ਜੋ ਮਰਜ਼ੀ ਕਹੋ, ਉੱਥੇ ਪੜਦੇ ਪਾਇਆ ਲੋਕਾਂ ਨੂੰ ਪੜਦਿਆਂ ਦੇ ਪਿੱਛੋਂ ਦੀ ਵੀ ਦੇਖਦਾ ਹੀ ਹੁੰਦਾ ਆ। ਆਪਾਂ ਨੂੰ ਇਹ ਚਾਹੀਦਾ ਤੇ ਹੈ ਮੁਲਾਂਕਣ ਕਰਨਾ ਕਿ ਅੱਜ ਉਹੋ ਜਿਹੇ ਹਾਲਾਤ ਨਹੀਂ ਜਿਹੜੇ ਅੱਜ ਤੋਂ 25 ਸਾਲ ਪਹਿਲਾਂ ਸੀ ਜਦੋਂ ਤੁਸੀਂ ਐਂਟਰ ਕੀਤੇ ਸੀਗੇ। ਇਸ ਕਰਕੇ ਮੇਰਾ ਖਿਆਲ ਹੈ ਕਿ ਜਿਸ ਕਿਸਮ ਦੀਆਂ ਤੁਹਾਡੀਆਂ ਪੋਜੀਸ਼ਨਾਂ ਵੀ ਲੱਗ ਆ, ਇੱਕ ਪਾਸੇ ਉਹ ਕਿਹੜੀ ਪੋਜੀਸ਼ਨ ਤੇ ਜਾ ਰਹੀ ਹੈ ਬੀਜੇਪੀ ਦਿੱਲੀ 'ਚ, ਤਾਂ ਤੁਸੀਂ ਦੇਖ ਲਿਆ, ਤੇ ਜਿਹੜੀ ਸਿੱਖ ਸਮੁਦਾਇ ਦੀ ਜਾਂ ਸਿੱਖ ਅਪੀਲ ਆ ਉਹ ਤੁਸੀਂ ਕੋਸ਼ਿਸ਼ ਕੀਤੀ ਆ ਉਹਨੂੰ ਰੱਖਣ ਦੀ, ਪਰ ਕੰਪਰੋਮਾਈਜ਼ ਤਾਂ ਕਰਦੇ ਆ ਕਿਉਂਕਿ ਅਜੇ ਅਲਾਈਅੰਸ ਟੁੱਟੇ ਨਾ। ਮੇਰਾ ਖਿਆਲ ਹੈ ਕਿ ਇਹ ਫੈਸਲਾ ਤੁਹਾਨੂੰ ਵੀ ਕਰਨਾ ਪਊਗਾ। ਇਹ ਬੜੀ ਜਿੰਨੀ ਜੇ ਜ਼ਿਆਦਾ ਦੇਰ ਹੋਊਗੀ ਤੇ ਉਹਦੇ 'ਚ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਪਾਰਟੀ ਨੂੰ ਨੁਕਸਾਨ ਹੋਵੇ। ਜੀ, ਮੇਰੇ ਕੋਲ ਸਮਾਂ ਘੱਟ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਦੋ ਚੀਜ਼ਾਂ ਨੇ ਕਿ ਇੱਕ ਸੂਬੇ ਦਾ ਵਿਕਾਸ ਮਾਡਲ ਜਾਂ ਇੱਕ ਸੂਬੇ ਦੇ ਵਿੱਚ ਇਲੈਕਸ਼ਨ ਜਦੋਂ ਹੁੰਦੀ ਹੈ, ਜਦੋਂ ਚੋਣ ਨਤੀਜੇ ਆਉਂਦੇ ਨੇ, ਉਹ ਕੀ ਦੂਜੇ ਸੂਬਿਆਂ ਦੇ ਵਿੱਚ ਉਸੇ ਮਿਕਦਾਰ ਦੇ ਵਿੱਚ ਚੱਲਣਗੇ, ਉਸੇ ਤਰ੍ਹਾਂ ਦੀ ਚਰਚਾ ਰਹੇਗੀ, ਉਸੇ ਤਰ੍ਹਾਂ ਦੇ ਵਿਕਾਸ ਮਾਡਲ ਦੀਆਂ ਗੱਲਾਂ ਦੂਜੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਇਹ ਇੱਕ ਸੋਚਣ ਤੇ ਸਮਝਣ ਵਾਲਾ ਮੁੱਦਾ ਜ਼ਰੂਰ ਹੈਗਾ, ਜਿਹਦੇ ਵਿੱਚ ਬਿਜਲੀ ਪਾਣੀ ਦੇ ਮੁੱਦੇ ਤੇ ਦੁਬਾਰਾ ਅਸੀਂ ਡਿਬੇਟ ਜ਼ਰੂਰ ਕਰਾਂਗੇ, ਕਿਉਂਕਿ ਹੁਣ ਚਰਚਾ ਇਹ ਚੱਲ ਗਈ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਉਹੀ ਜਿੱਤੇਗਾ ਹੁਣ ਜਿਹੜਾ ਸਸਤੀ ਬਿਜਲੀ ਤੇ ਪਾਣੀ ਦੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।